तेरे कवन कवन गुण कह कह गावां। तू साहिब गुणी निदाना। तुमरी महिमा बरन न साकूं। तू ठाकुर ऊच भगवाना। तुमरी महिमा बरन न साकूं। तू ठाकुर ऊच भगवाना। परम सन्मानयोग सतगुरु चवर छतर तखत दे मालक, हलत पलत के रक्षक सतगुरु, गुरु गरीब निवाज शब्द गुरु धन 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 श्री गुरु ग्रंथ साहिब जी महाराज। सतगुरु जी की पावन पवित्र हजूरी अंदर सत संगत रूप अंदर जुड़ मिल बैठण दा सुभाग समा आपां सबना नूं प्राप्त होया है। सतगुरां ने तरस कीता है बाला प्रीतम सतगुरु। धन धन सतगुरु श्री गुरु हरकृष्ण साहिब सच्चे पातशाह जी महाराज। साहिबां दे पावन पवित्र अस्थान गुरुद्वारा श्री बंगला साहिब, पावन अस्थान दे दर्शन दीदार करदियां होयां सतगुरु जी की पावन पवित्र हजूरी अंदर जुड़ करके बड़े प्यार सत्कार सहित आप जी गुरु की पवित्र बाणी का कीर्तन सरवण कर रहे सी। उपरंत पावन दरबार की मर्यादा के अनुसार अस्थान उपर चल रही लड़ीवार गुरु शब्द की कथा विचार का समा होया है। जो पावन पवित्र शब्द अज सतगुरु जी ने सानू विचारण दे लई बख्शिश कीता है, उस पावन शब्द का मूल पाठ आप जी ने सत्कारयोग सिंह साहिब ज्ञानी रणजीत सिंह जी मुख ग्रंथी श्री बंगला साहिब जी तिन्हां दी मुबारक रसना तो सरवण कीता है। आओ गरीब निवाज सतगुरु श्री गुरु ग्रंथ साहिब महाराज जियां दा ओट आसरा लै करके पावन शब्द दी विचार नाल जुड़िए। विचारां दी आरंभता तो पहला जितने शरीर आप जी गुरु के हजूर जुड़ करके बैठे हो जां लाइव प्रसारण दे माध्यम राही देश विदेश अंदर अपनी सुरत नूं गुरु चरनां विच जोड़ रहे हो, आओ अदबो सत्कार सहित फतेह बुलाओ। उचारण करो जी वाहिगुरु जी का खालसा वाहिगुरु जी की फतेह। धन सतगुरु श्री गुरु अर्जन देव साहिब सच्चे पातशाह जी महाराज सतगुरु जी दे पावन पवित्र शब्द जो गौड़ी राग दे अंदर सुभाईमान हन,
ਸਾਹਿਬ ਜੀ ਨੇ ਅੱਜ ਦਾ ਜੋ ਮੁਕੱਦਸ ਬਚਨ ਬਖਸ਼ਿਸ਼ ਕੀਤਾ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਅੰਗ 178 ਅਤੇ 79 ਉੱਪਰ ਸੁਭਾਇਮਾਨ ਹੈ। ਇਸ ਪਾਵਨ ਸ਼ਬਦ ਦੇ ਅੰਦਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਸਾਡੇ ਕਲਯੁਗੀ ਜੀਵਾਂ ਦੇ ਕਲਿਆਣ ਖਾਤਰ, ਸਾਡੇ ਸੰਸਾਰੀ ਲੋਕਾਂ ਦੇ ਭਲੇ ਦੀ ਖਾਤਰ ਸਾਨੂੰ ਜੋ ਵਿਚਾਰ ਬਖਸ਼ਿਸ਼ ਕਰ ਰਹੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਜੀ ਨਿਰੰਕਾਰ ਦੇ ਨਾਮ ਨੂੰ ਜਪਣ ਤੋਂ ਬਿਨਾਂ ਇਸ ਜੀਵਨ ਦਾ, ਇਸ ਮਨੁੱਖ ਦਾ, ਇਸ ਜੀਵ ਦਾ ਭਲਾ ਨਹੀਂ ਹੋ ਸਕਦਾ। ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਮਨੁੱਖ ਆਪਣੀ ਬੁੱਧ ਤੇ ਆਪਣੀ ਸਿਆਣਪ ਅਕਲ ਦੇ ਉੱਤੇ ਕਿੰਨਾ ਵੀ ਮਾਣ ਕਿਉਂ ਨਾ ਕਰ ਲਏ, ਪਰ ਜਦੋਂ ਸੰਸਾਰ ਦੀਆਂ ਹੱਦਾਂ ਤੋਂ ਅੱਗੇ ਹੋ ਕਰਕੇ ਗੁਰੂ ਦੀ ਚਰਨ ਸ਼ਰਨ ਦੇ ਅੰਦਰ ਆਉਣ ਦਾ ਕੋਈ ਫੈਸਲਾ ਕਰੇ ਤੇ ਸਭ ਤੋਂ ਪਹਿਲਾਂ ਉਹਨੂੰ ਆਪਣੀਆਂ ਸਿਆਣਪਾਂ ਛੱਡਣੀਆਂ ਪੈਣਗੀਆਂ। ਉਹ ਆਪਣੀ ਅਕਲ ਨੂੰ ਪਾਸੇ ਰੱਖ ਕੇ ਜਦੋਂ ਗੁਰੂ ਕੀ ਮੱਤ ਨੂੰ ਗ੍ਰਹਿਣ ਕਰਕੇ ਜੀਵਨ ਵਿੱਚ ਧਾਰਨ ਕਰਕੇ ਤੇ ਕੋਈ ਸਾਹਿਬਾਂ ਦੇ ਨਾਮ ਨੂੰ ਜਪੇਗਾ ਤੇ ਉਹਨੂੰ ਸੰਸਾਰ ਔਰ ਨਿਰੰਕਾਰ ਦੇ ਘਰ ਅੰਦਰ ਦੋਹੀਂ ਪਾਸੀ ਮਾਣ ਵਡਿਆਈ ਤੇ ਇੱਕ ਨਿਵੇਕਲਾ ਰੁਤਬਾ ਪ੍ਰਾਪਤ ਹੋਵੇਗਾ। ਸਾਹਿਬ ਨੇ ਸ਼ਬਦ ਦੀ ਆਰੰਭਤਾ ਕੀਤੀ, ਬੜੇ ਪਿਆਰੇ ਬਚਨ ਕਹੇ। ਗੌੜੀ ਗੁਆਰੇਰੀ ਮਹੱਲਾ ਪੰਜਵਾ, ਅਨਿਕ ਜਤਨ ਨਹੀਂ ਹੋਤ ਛੁਟਾਰਾ, ਬਹੁਤ ਸਿਆਣਪ ਆਗਲ ਭਾਰਾ। ਗੌੜੀ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰ ਰਹੇ ਹਨ। ਅਨਿਕ ਜਤਨ ਨਹੀਂ ਹੋਤ ਛੁਟਾਰਾ, ਸਿੱਧੇ ਅਖਰੀ ਅਰਥ ਕਿ ਅਨੇਕਾਂ ਯਤਨਾਂ ਦੇ ਨਾਲ ਵੀ ਇਹ ਜੀਵ ਤੇਰਾ ਛੁਟਕਾਰਾ ਨਹੀਂ ਹੋਵੇਗਾ। ਦੋ ਲਫ਼ਜ਼ ਆਏ, ਦੋ ਅੱਖਰ ਆਏ, ਇੱਕ ਯਤਨ ਤੇ ਦੂਸਰਾ ਛੁਟਾਰਾ ਭਾਵ ਛੁਟਕਾਰਾ। ਯਤਨ ਕਾਹਦੇ ਵਾਸਤੇ ਕਰਨਾ ਹੈ ਤੇ ਛੁਟਕਾਰਾ ਕਿਸ ਚੀਜ਼ ਤੋਂ ਪਾਉਣਾ ਹੈ। ਜੋ ਇਹ ਸ਼ਬਦ ਹੈ, ਇਸ ਸ਼ਬਦ ਤੋਂ ਪਹਿਲਾਂ ਜੋ ਵਿਚਾਰ, ਜੋ ਪ੍ਰਕਰਨ ਕੱਲ ਚੱਲਿਆ, ਉਹਦੇ ਵਿੱਚ ਮਾਇਆ ਦਾ ਜ਼ਿਕਰ ਆਇਆ ਕਿ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਸ ਸੰਸਾਰ ਦੇ ਉੱਪਰ ਜੀਵ ਨੂੰ ਪੈਦਾ ਕੀਤਾ ਔਰ ਜੀਵ ਦੇ ਆਲੇ ਦੁਆਲੇ ਜਦੋਂ ਸੰਸਾਰ ਵਿੱਚ ਮਨੁੱਖ ਵਿਚਰਿਆ ਤੇ ਉਹਨੇ ਮੋਹ ਮਾਇਆ ਦੀ ਇੱਕ ਫਾਈ ਨੂੰ ਆਪਣੇ ਆਲੇ ਦੁਆਲੇ ਜਿਹੜਾ ਸੀ ਉਹ ਸਿਰਜ ਲਿਆ। ਹਾਲਾਂਕਿ ਰਚਨਾ ਕਰਤਾ ਪੁਰਖ ਵਾਹਿਗੁਰੂ ਜੀ ਦੀ ਹੈ, ਪਰ ਮਨੁੱਖ ਦੇ ਮਨ ਅੰਦਰ ਇਸ ਮਾਇਆ ਦਾ ਪ੍ਰਭਾਵ ਇਸ ਕਦਰ ਵੱਧਦਾ ਚਲਿਆ ਗਿਆ ਕਿ ਮਨੁੱਖ ਨੇ ਪਰਮੇਸ਼ਰ ਤੋਂ, ਗੁਰੂ ਸਿਧਾਂਤ ਤੋਂ ਆਪਣੇ ਧਿਆਨ ਨੂੰ ਹਟਾ ਕੇ ਕੇਵਲ ਆਪਣੀ ਸੁਰਤ ਨੂੰ ਮਾਇਆ ਦੇ ਉੱਪਰ ਹੀ ਕੇਂਦਰਿਤ ਕਰ ਲਿਆ। ਮਾਇਆ ਦਾ ਅਰਥ ਕੇਵਲ ਪੈਸੇ, ਧਨ ਦੌਲਤ ਹੀ ਨਹੀਂ। ਸਿਆਣੇ ਵਿਦਵਾਨ ਸਤਿਪੁਰਖ ਕਹਿੰਦੇ ਨੇ ਹਰ ਉਹ ਸ਼ੈ ਮਾਇਆ ਹੈ ਜਿਸ ਸ਼ੈ ਦੇ ਹਿਰਦੇ ਵਿੱਚ ਹੋਇਆਂ ਤੁਹਾਨੂੰ ਰੱਬ ਭੁੱਲ ਜਾਵੇ, ਤੁਹਾਨੂੰ ਗੁਰੂ ਭੁੱਲ ਜਾਵੇ। ਉਹਦੇ ਵਿੱਚ ਤੁਹਾਡਾ ਧਨ ਆਵੇ, ਉਹਦੇ ਵਿੱਚ ਤੁਹਾਡਾ ਕੋਈ ਅਹੁਦਾ ਹੈ, ਉਹਦੇ ਵਿੱਚ ਤੁਹਾਡੇ ਧੀਆਂ ਪੁੱਤਰ ਨੇ। ਹਾਲਾਂਕਿ ਦੇਵਣ ਵਾਲਾ ਸਾਰਾ ਕੁਝ ਅਕਾਲ ਪੁਰਖ ਵਾਹਿਗੁਰੂ ਹੈ, ਪਰ ਜਦੋਂ ਗੁਰੂ ਦੇ ਕੋਲੋਂ ਜਾਂ ਰੱਬ ਜੀ ਦੇ ਕੋਲੋਂ, ਨਿਰੰਕਾਰ ਦੇ ਕੋਲੋਂ ਸਭ ਦਾਤਾਂ ਲੈ ਕੇ ਕੋਈ ਬੰਦਾ ਰੱਬ ਨੂੰ ਭੁਲਾ ਕੇ ਬਹਿ ਜਾਵੇ ਤਾਂ ਸਾਹਿਬ ਕਹਿੰਦੇ ਨੇ ਫਿਰ ਉਹ ਮਾਇਆ ਦੇ ਪ੍ਰਭਾਵ ਹੇਠ ਚਲਿਆ ਜਾਂਦਾ ਹੈ। ਔਰ ਇਹ ਸਾਡੀ ਸੰਸਾਰੀ ਲੋਕਾਂ ਦੀ ਬਿਰਤੀ ਹੈ। ਅਸੀਂ ਮੰਗਦੇ ਤਾਂ ਗੁਰੂ ਦੇ ਕੋਲੋਂ ਮੰਗਣਾ ਵੀ ਚਾਹੀਦਾ ਹੈ। ਸਿੱਖ ਨੂੰ ਕਿਤੇ ਮੰਗਣ ਤੋਂ ਮਨਾਹੀ ਨਹੀਂ ਕੀਤੀ ਗਈ, ਪਰ ਸਾਹਿਬ ਕਹਿੰਦੇ ਵੀ ਸਾਡੀ ਹਾਲਤ ਕੀ ਬਣ ਜਾਂਦੀ ਹੈ। ਦਾਤ ਪਿਆਰੀ ਵਿਸਰਿਆ ਦਾਤਾਰਾ। ਦਾਤ ਤਾਂ ਸਤਿਗੁਰੂ ਨੇ ਤਰਸ ਕੀਤਾ, ਗੁਰੂ ਨੇ ਕਿਰਪਾ ਕੀਤੀ, ਦਾਤਾਂ ਅਸੀਂ ਮੰਗੀਆਂ, ਸਾਨੂੰ ਪ੍ਰਾਪਤ ਹੋ ਗਈਆਂ,
ਔਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਤੇ ਬਿਰਧ ਹੀ ਇਸ ਪ੍ਰਕਾਰ ਦਾ ਹੈ ਕਿ ਉਹ ਬਿਨ ਮੰਗਿਆਂ ਤੋਂ ਵੀ ਅਣਗਿਣਤ ਦਾਤਾਂ ਸਾਡੀ ਝੋਲੀ ਵਿੱਚ ਪਾਈ ਜਾ ਰਿਹਾ। ਪਰ ਜਦੋਂ ਇਹਨਾਂ ਦਾਤਾਂ ਨੂੰ ਵਰਤਦਿਆਂ ਹੋਇਆਂ, ਇਹਨਾਂ ਨੂੰ ਵਿਹਾਜਦਿਆਂ ਹੋਇਆਂ ਕੋਈ ਰੱਬ ਨਾਲੋਂ ਟੁੱਟ ਕੇ ਬਹਿ ਜਾਵੇ ਤੇ ਉੱਥੇ ਫਿਰ ਸਾਹਿਬ ਆਖਦੇ ਨੇ ਵੀ ਇਨਸਾਨ ਜਿਹੜਾ ਹੈ ਉਹ ਮਾਇਆ ਦੇ ਪ੍ਰਭਾਵ ਹੇਠ ਲੱਗਾ ਹੋਇਆ ਆਪਣੇ ਜੀਵਨ ਦੇ ਵਾਸਤੇ ਹੋਰ ਦੁੱਖਾਂ ਦੀ ਇੱਕ ਪੰਡ ਨੂੰ ਇਕੱਠੀ ਕਰ ਬਹਿੰਦਾ। ਸਾਹਿਬ ਆਖਿਆ ਵੀ ਹੁਣ ਜੇ ਕੋਈ ਇਹ ਗੱਲ ਕਹੇ ਵੀ ਮੈਂ ਇਹਨਾਂ ਮਾਇਆ ਦੇ ਬੰਧਨਾਂ ਤੋਂ ਖਲਾਸੀ ਪਾਉਣੀ ਹੈ, ਅਨੇਕ ਯਤਨ ਨਹੀਂ ਹੋਤ ਛੁਟਾਰਾ। ਆਪਾਂ ਆਖੀਏ ਨਾ ਵੀ ਆਪਾਂ ਕਿਸੇ ਤੋਂ ਛੁਟਕਾਰਾ ਪਾਉਣਾ ਤੇ ਉਹਦੇ ਲਈ ਯਤਨ ਤੇ ਕਰਨਾ ਪਏਗਾ ਨਾ, ਕੋਈ ਆਦਤ ਛੱਡਣੀ ਹੈ, ਉਸ ਆਦਤ ਨੂੰ ਛੱਡਣ ਵਾਸਤੇ ਕੋਈ ਯਤਨ ਤੇ ਕਰਨਾ ਪਏਗਾ ਨਾ। ਪਰ ਇੱਥੇ ਸਾਹਿਬ ਆਖਦੇ ਨੇ ਵੀ ਇੱਥੇ ਯਤਨ ਕਿਵੇਂ ਕਰਨਾ ਹੈ। ਇੱਥੇ ਮਾਇਆ ਦੇ ਬੰਧਨਾਂ ਤੋਂ ਜਾਂ ਮਾਇਆ ਦੇ ਵਿੱਚ ਗ੍ਰਸੇ ਹੋਏ ਨੂੰ ਜਦੋਂ ਹੋਰ ਦੁੱਖ ਆ ਕੇ ਚੰਬੜ ਜਾਂਦੇ ਨੇ, ਜੇ ਕੋਈ ਇਹ ਯਤਨ ਕਰੇ ਵੀ ਮੈਂ ਇਹਨਾਂ ਬੰਧਨਾਂ ਤੋਂ, ਇਹਨਾਂ ਦੁੱਖਾਂ ਤੋਂ ਛੁਟਕਾਰਾ ਪਾਉਣਾ ਹੈ, ਤੇ ਸਾਹਿਬ ਆਖਿਆ ਭਲਿਆ ਉਹਦੇ ਵਾਸਤੇ ਤੈਨੂੰ ਗੁਰੂ ਦੀ ਸ਼ਰਨ ਵਿੱਚ ਆਉਣਾ ਪਏਗਾ। ਬੇਸ਼ੱਕ ਸੰਸਾਰੀ ਤੌਰ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਕਾਰੋਬਾਰ ਕੋਈ ਕਰੇ, ਕੋਈ ਸੰਸਾਰ ਵਿੱਚ ਵਿਚਰੇ, ਤੇ ਉਹ ਆਪਣੀ ਸਿਆਣਪ ਨੂੰ, ਆਪਣੀ ਬੁੱਧ ਨੂੰ ਅੱਗੇ ਰੱਖ ਕੇ ਤੁਰਦਾ ਇਨਸਾਨ। ਪਰ ਸਾਹਿਬ ਕਹਿੰਦੇ ਇੱਥੇ ਨਹੀਂ। ਇੱਥੇ ਕੀ ਹੁੰਦਾ ਹੈ, ਬਹੁਤ ਸਿਆਣਪ ਆਗਲ ਭਾਰਾ। ਜਦੋਂ ਗੁਰੂ ਦੇ ਦਰਬਾਰ ਵਿੱਚ ਆ ਕੇ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕੀਤੇ ਤੋਂ ਬਿਨਾਂ ਕੋਈ ਇਨਸਾਨ, ਕੋਈ ਸਿੱਖ ਇਹ ਦਾਅਵਾ ਕਰੇ ਵੀ ਮੈਂ ਆਪਣੇ ਆਪ ਸਾਰਾ ਕੁਝ ਕਰ ਲਵਾਂਗਾ, ਸਾਹਿਬ ਕਹਿੰਦੇ ਫਿਰ ਹੁੰਦਾ ਪਤਾ ਕੀ ਹੈ, ਇਹ ਹੋ ਜਾਂਦਾ ਹੈ ਵੀ ਕੁਝ ਛੁੱਟਦਾ ਤੇ ਨਹੀਂ, ਸਗੋਂ ਦੁੱਖਾਂ ਦੇ ਕਰਕੇ ਉਹ ਇਨਸਾਨ ਹੋਰ ਜਿਹੜਾ ਹੈ ਵੱਡੀ ਪੰਡ ਇਕੱਠੀ ਕਰ ਬੈਠਦਾ। ਆਪਾਂ ਰੋਜ਼ ਇੱਕ ਬਚਨ ਪੜ੍ਹਦੇ ਹਾਂ, ਗੁਰੂ ਦਰਬਾਰ ਦਾ, ਗੁਰੂ ਦੀ ਮਰਿਆਦਾ ਦਾ ਇੱਕ ਨਿਯਮ ਹੈ, ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਇੱਥੇ ਚਤੁਰਾਈਆਂ ਨਹੀਂ, ਇੱਥੇ ਸਿਆਣਪ ਦਾ ਅਰਥ ਇਹ ਨਹੀਂ ਹੈ ਵੀ ਸਿੱਖ ਨੇ ਆਪਣੀ ਅਕਲ ਨੂੰ ਗਵਾ ਦੇਣਾ। ਨਹੀਂ ਭਾਈ, ਸਿੱਖ ਅਕਲਵਾਨ ਹੋਵੇ, ਸਿੱਖ ਬੁੱਧੀਵਾਨ ਹੋਵੇ, ਸਿੱਖ ਵਿਵੇਕ ਬੁੱਧ ਦਾ ਮਾਲਕ ਹੋਵੇ, ਪਰ ਸਿੱਖ ਦੇ ਹਿਰਦੇ ਵਿੱਚ ਇਦਾਂ ਦੀ ਚਤੁਰਾਈ ਨਾ ਹੋਵੇ ਵੀ ਸਿੱਖ ਕਹੇ ਵੀ ਮੈਂ ਸਿਆਣਾ ਤੇ ਦੂਜੇ ਕਿਸੇ ਨੂੰ ਪਤਾ ਹੀ ਕੁਝ ਨਹੀਂ। ਇਦਾਂ ਦੀ ਅਕਲ ਸਿੱਖ ਲੈ ਕੇ ਗੁਰਦੁਆਰੇ ਗੁਰੂ ਕੋਲ ਨਾ ਆਵੇ ਵੀ ਜੋ ਮੈਂ ਕਰਾਂਗਾ ਉਹ ਠੀਕ ਹੈ ਤੇ ਜੋ ਮੈਂ ਕਰ ਲਿਆ ਉਹਦੇ ਬਾਰੇ ਕਿਹੜਾ ਗੁਰੂ ਨੂੰ ਪਤਾ ਲੱਗ ਜਾਣਾ ਹੈ। ਸਾਹਿਬ ਕਹਿੰਦੇ ਭਾਈ ਨਹੀਂ, ਆਪਣੀ ਸਿਆਣਪ ਨਹੀਂ, ਆਪਣੀ ਸਿਆਣਪ ਦੇ ਨਾਲ ਸੰਸਾਰ ਵਿੱਚ ਵਿਚਰਦਾ ਹੋਇਆ ਬੰਦਾ ਚਾਰ ਛਿੱਲੜਾਂ ਵੱਧ ਘੱਟ ਕਮਾ ਸਕਦਾ ਹੈ। ਪਰ ਜੇ ਤੁਸੀਂ ਧਰਮ ਕਮਾਉਣ ਦੀ ਗੱਲ ਕਰੋ, ਜੇ ਤੁਸੀਂ ਗੁਰੂ ਕੀ ਬਾਣੀ ਦੇ ਅਨੁਸਾਰ ਗੱਲ ਕਰੋ, ਤਾਂ ਸਾਹਿਬ ਕਹਿੰਦੇ ਨੇ ਇੱਥੇ ਤਾਂ ਅਵਸਥਾ, ਇੱਥੇ ਤਾਂ ਹਾਲਤ ਇਹ ਹੈ, ਸਿਆਣੇ ਬੰਦੇ ਦੀ ਚਤੁਰਾਈ ਨਾ ਚਤੁਰਭੁਜ ਪਾਈ ਹੈ। ਇਹ ਰੱਬ ਚਤੁਰਾਈਆਂ ਦੇ ਨਾਲ ਕਦੇ ਨਹੀਂ ਰੀਝਦਾ। ਅਸੀਂ ਯਤਨ ਕੀ ਕਰਨਾ ਹੈ ਕਿ ਜੋ ਦੁੱਖ, ਜੋ ਵਿਕਾਰ ਮਾਇਆ ਦੇ ਪ੍ਰਭਾਵ ਹੇਠ ਸਾਡੇ ਜੀਵਨ ਵਿੱਚ ਘਰ ਕਰ ਗਏ, ਉਹਨਾਂ ਤੋਂ ਛੁਟਕਾਰਾ ਪਾਉਣਾ ਹੈ। ਪਰ ਉਹਨਾਂ ਤੋਂ ਛੁਟਕਾਰੇ ਦਾ ਇੱਕੋ ਇੱਕ ਤਰੀਕਾ ਹੈ ਕਿ ਅਸੀਂ ਆਪਣੀ ਸਿਆਣਪ ਨੂੰ ਛੱਡ ਕੇ ਗੁਰੂ ਦੀ ਮੱਤ ਨੂੰ ਗ੍ਰਹਿਣ ਕਰ ਲਈਏ। ਔਰ ਆਪਾਂ ਸੁਖਮਨੀ ਸਾਹਿਬ ਜੀ ਦੇ ਅੰਦਰ ਸਤਿਗੁਰੂ ਜੀ ਦਾ ਇੱਕ ਬਚਨ ਪੜ੍ਹਦੇ ਹਾਂ। ਸਾਹਿਬ ਨੇ ਸਪਸ਼ਟ ਬੋਲ ਕੇ ਤਜੋ ਸਿਆਣਪ ਸੁਰ ਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰਖੋ ਨਾਨਕ ਦੁਖ ਭਰਮ ਭਉ ਜਾਏ। ਵੇਖੋ ਸਾਹਿਬ ਨੇ ਸੁਰ ਜਨ ਅੱਖਰ ਵਰਤਿਆ, ਸੁਰ ਨਾਮ ਹੈ ਸਿਆਣੇ ਦਾ। ਸਾਹਿਬ ਕਹਿੰਦੇ ਭਲਿਆ ਤੂੰ ਸੰਸਾਰ ਵਿੱਚ ਸਿਆਣਾ ਹੋਵੇ, ਮੁਬਾਰਕ ਹੈ, ਤੇਰੇ ਕੋਲ ਅਕਲ ਚਾਹੀਦੀ ਹੈ, ਤੈਨੂੰ ਚੰਗੇ ਮਾੜੇ ਦੀ ਸਮਝ ਹੋਣੀ ਚਾਹੀਦੀ ਹੈ। ਪਰ ਜੇ ਤੂੰ ਇਹ ਕਹੇ ਵੀ ਇਹ ਸਿਆਣਪ, ਇਹ ਅਕਲ ਮੈਂ ਗੁਰੂ ਦਰਬਾਰ ਵਿੱਚ ਆ ਕੇ ਵਰਤਣੀ, ਇੱਥੇ ਚਲਾਕੀਆਂ ਦੇ ਰੂਪ ਵਿੱਚ ਉਸ ਅਕਲ ਨੂੰ ਤੂੰ ਚਲਾਕੀ ਵਾਲੇ ਪਾਸੇ ਲੈ ਜਾਵੇਂ, ਚਤੁਰਾਈ ਵਾਲੇ ਪਾਸੇ ਲੈ ਜਾਵੇਂ, ਤੇ ਤੇਰਾ ਕੋਈ ਭਲਾ ਹੋ ਸਕੇਗਾ ਨਹੀਂ। ਸਾਹਿਬ ਨੇ ਸਪਸ਼ਟ ਕਿਹਾ ਵੀ ਐਦਾਂ ਦੀ ਅਕਲ, ਐਸੀ ਆਪਣੀ ਸਿਆਣਪ ਨੂੰ ਛੱਡ ਜਿਹਦੇ ਵਿੱਚ ਤੈਨੂੰ ਹੰਗਤਾ ਹੈ, ਜਿਹਦੇ ਵਿੱਚ ਤੂੰ ਕਹੇ ਵੀ ਮੈਂ ਕੁਝ ਕਰ ਸਕਦਾ। ਸਾਹਿਬ ਕਹਿੰਦੇ ਉਸ ਸਿਆਣਪ ਨੂੰ ਛੱਡ ਕੇ ਸਿਮਰੋ ਹਰ ਹਰ ਰਾਏ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਧਿਆਨ ਕਰ, ਉਹਨੂੰ ਚੇਤੇ ਵਿੱਚ ਲੈ ਕੇ ਆ।
ਔਰ ਸਾਹਿਬ ਕਹਿੰਦੇ ਏਕ ਆਸ ਹਰ ਮਨ ਰੱਖੋ, ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਸ, ਹੋਰ ਦੂਜੀ ਕਿਸੇ ਦੀ ਨਹੀਂ। ਗੁਰੂ ਦੀ ਆਸ ਹੋਵੇ, ਨਿਰੰਕਾਰ ਦੀ ਆਸ ਹੋਵੇ ਸਿੱਖ ਦੇ ਮਨ ਵਿੱਚ। ਸਾਹਿਬ ਕਹਿੰਦੇ ਜਦੋਂ ਇਦਾਂ ਦੀ ਹਾਲਤ ਹੋਵੇਗੀ, ਜਦੋਂ ਇਦਾਂ ਦਾ ਜੀਵਨ ਬਣ ਜਾਵੇਗਾ, ਜਦੋਂ ਸੁਰਤ ਇਵੇਂ ਦੀ ਹੋਵੇਗੀ, ਤਾਂ ਯਕੀਨਨ ਬਾਤ ਹੈ ਨਾਨਕ ਦੁੱਖ ਭਰਮ ਭਉ ਜਾਏ। ਫਿਰ ਉਹ ਮਾਇਆ ਦੇ ਪ੍ਰਭਾਵ ਕਾਰਨ ਵਧੇ ਹੋਏ ਦੁੱਖ ਹੋਵਣ, ਉਹ ਜੰਮਣ ਮਰਨ ਦੇ ਗੇੜ ਦਾ ਦੁੱਖ ਹੋਵੇ, ਉਹ ਕਿਸੇ ਪ੍ਰਕਾਰ ਦਾ ਕੋਈ ਭਰਮ ਕੋਈ ਤੌਖਲਾ ਹੋਵੇ, ਜਦੋਂ ਗੁਰੂ ਕੀ ਮਾਤੀ ਗ੍ਰਹਿਣ ਕਰ ਲਈ ਉਹ ਸਾਰਾ ਕੁਝ ਜੀਵਨ ਵਿੱਚੋਂ ਖਤਮ ਹੋ ਜਾਵੇਗਾ। ਤਾਂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਇਹਨਾਂ ਪਾਵਨ ਬਚਨਾਂ ਦੇ ਅੰਦਰ ਇਹ ਬਖਸ਼ਿਸ਼ ਕਰ ਰਹੇ ਨੇ। ਸਤਿਗੁਰੂ ਕਹਿੰਦੇ ਨੇ ਆਪਣੀ ਸਿਆਣਪ ਨਹੀਂ, ਆਪਣੀ ਚਤੁਰਾਈ ਨੂੰ ਛੱਡ ਕੇ ਗੁਰੂ ਦੀ ਮੱਤ ਗ੍ਰਹਿਣ ਕਰ ਲਈਏ, ਕਿਉਂਕਿ ਆਪਣੀ ਸਿਆਣਪ ਆਪਣੀ ਚਤੁਰਾਈ ਦੁੱਖਾਂ ਦੇ ਬੋਝ ਨੂੰ ਹੋਰ ਭਾਰਾ ਕਰ ਦਿੰਦੀ ਹੈ। ਤਾਂ ਅੱਗੇ ਸਤਿਗੁਰੂ ਨੇ ਕਿਰਪਾ ਕੀਤੀ, ਫਿਰ ਬਖਸ਼ਿਸ਼ ਕੀਤੀ, ਹਰ ਕੀ ਸੇਵਾ ਨਿਰਮਲ ਹੇਤ, ਪ੍ਰਭ ਕੀ ਦਰਗਹ ਸੋਭਾ ਸੇਤ। ਫਿਰ ਸਤਿਗੁਰੂ ਨੇ ਜੁਗਤੀ ਦੱਸੀ। ਪਹਿਲਾਂ ਮਹਾਰਾਜ ਜੀ ਨੇ ਇਹ ਬਖਸ਼ਿਸ਼ ਕੀਤੀ ਵੀ ਅਸੀਂ ਛੁਟਕਾਰਾ ਪਾਉਣਾ ਹੈ, ਯਤਨ ਕਰਨਾ ਹੈ। ਹੁਣ ਉਸ ਯਤਨ ਦੀ ਜੁਗਤ ਦੱਸੀ ਵੀ ਯਤਨ ਕਰਨਾ ਕਿਵੇਂ ਹੈ। ਤਾਂ ਸਾਹਿਬ ਆਖਣ ਲੱਗੇ ਹਰ ਕੀ ਸੇਵਾ ਨਿਰਮਲ ਹੇਤ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸੇਵਾ ਕਰਨੀ ਹੈ। ਸੇਵਾ ਕਰਨ ਤੋਂ ਭਾਵ ਕਿ ਉਹਦੇ ਨਾਮ ਨੂੰ ਜਪਣਾ ਹੈ, ਉਹਦੇ ਬੰਦਗੀ ਕਰਨੀ ਹੈ, ਵਾਹਿਗੁਰੂ ਕਰਤਾ ਪੁਰਖ ਜੀ ਦੇ ਯਾਦ ਵਿੱਚ ਜੁੜਨਾ ਹੈ। ਇਹ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸੇਵਾ ਹੈ। ਇੱਕ ਹੈ ਗੁਰੂ ਦੀ ਸੇਵਾ, ਇੱਕ ਗੁਰਦੁਆਰੇ ਵਿੱਚ ਆ ਕੇ ਕੀਤੀ ਹੋਈ ਸੇਵਾ, ਤੇ ਇੱਕ ਹੈ ਜਿਹੜੀ ਮਨ ਦੇ ਨਾਲ ਪ੍ਰਭੂ ਦੇ ਨਾਮ ਨੂੰ ਜਪਣ ਦੀ ਸੇਵਾ ਹੈ। ਸਿੱਖ ਨੇ ਉਸ ਸੇਵਾ ਨੂੰ ਕਮਾਉਣਾ ਹੈ, ਔਰ ਇਸ ਸੇਵਾ ਨੂੰ ਕਮਾਉਣ ਦੀ ਸ਼ਰਤ ਸਾਹਿਬ ਆਖਿਆ ਵੀ ਨਿਰਮਲ ਹੇਤ। ਨਿਰਮਲ ਹੇਤ ਤੋਂ ਭਾਵ ਹੈ ਵੀ ਪਵਿੱਤਰਤਾ ਦੇ ਨਾਲ, ਪਿਆਰ ਦੇ ਨਾਲ। ਉੱਥੇ ਫਿਰ ਉਹੀ ਗੱਲ ਵੀ ਕੋਈ ਚਲਾਕੀ ਨਹੀਂ ਕਰਨੀ। ਆਪਾਂ ਤਨ ਦੇ ਨਾਲ ਸੇਵਾ ਕਰਦੇ ਹਾਂ, ਲੰਗਰ ਵਿੱਚ ਸੇਵਾ ਕਰੀਦੀ ਹੈ, ਜੋੜੇ ਘਰ ਵਿੱਚ ਸੇਵਾ ਕਰੀਦੀ ਹੈ, ਝਾੜੂ ਦੀ ਸੇਵਾ ਕਰੀਦੀ ਹੈ। ਉੱਥੇ ਹੋ ਸਕਦਾ ਵੀ ਇਦਾਂ ਕਰੀਏ ਵੀ ਚੱਲ ਮੈਂ ਕਿਸੇ ਦੇ ਕੋਲੋਂ ਬਾਲਟੀ ਫੜ ਕੇ ਮੈਂ ਵਰਤਾ ਲਵਾਂ, ਕਿਸੇ ਦੀ ਵਾਰੀ ਮੈਂ ਮਲ ਕੇ ਬਹਿ ਜਾਵਾਂ। ਸਾਹਿਬ ਆਖਦੇ ਨੇ ਇਹ ਤਨ ਦੇ ਨਾਲ ਕੀਤੀਆਂ ਹੋਈਆਂ ਚਤੁਰਾਈਆਂ ਚਲਾਕੀਆਂ ਪ੍ਰਵਾਨ ਨਹੀਂ ਹੈ। ਇੱਥੇ ਨਿਰਮਲਤਾਈ ਪਵਿੱਤਰਤਾ ਚਾਹੀਦੀ ਹੈ, ਜਿਹਨੂੰ ਸਾਹਿਬ ਨੇ ਬਾਣੀ ਅੰਦਰ ਇਉਂ ਬਖਸ਼ਿਸ਼ ਕੀਤਾ ਹੈ। ਸਾਹਿਬ ਆਖਦੇ ਨੇ ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸਿੱਧੇ ਤੇ ਸਰਲ ਅਰਥ ਭਾਈ, ਤੂੰ ਹਰੀ ਦੀ ਸੇਵਾ ਵਿੱਚ ਜੁੜਨਾ ਹੈ, ਭਾਵ ਤੂੰ ਨਾਮ ਜਪਣ ਵਿੱਚ ਜੁੜਨਾ ਹੈ, ਤੂੰ ਬੰਦਗੀ ਭਗਤੀ ਕਰਨੀ ਹੈ, ਤੂੰ ਕਿਸੇ ਵੀ ਪ੍ਰਕਾਰ ਗੁਰੂ ਦੇ ਸਿਧਾਂਤ ਦੇ ਉੱਪਰ ਚੱਲਣ ਦਾ ਯਤਨ ਕਰਨਾ ਹੈ ਨਾ, ਤੇ ਯਾਦ ਰੱਖੀ ਤੇਰੇ ਹਿਰਦੇ ਵਿੱਚ ਨਿਰਮਲ ਹੇਤ ਪਵਿੱਤਰਤਾ ਪਿਆਰ ਹੋਣੀ ਚਾਹੀਦੀ। ਤੇਰੇ ਜੀਵਨ ਦੇ ਅੰਦਰ ਇਸ ਕਦਰ ਸਮਝ ਤੇ ਸੂਝ ਆ ਜਾਣੀ ਚਾਹੀਦੀ ਹੈ ਕਿ ਗੁਰੂ ਦਰਬਾਰ ਦੇ ਅੰਦਰ ਵਿਚਰਦਿਆਂ ਹੋਇਆਂ ਇੱਥੇ ਮਨ ਦੀ ਭਾਵਨਾ ਨੂੰ ਸ਼ੁੱਧ ਰੱਖਣਾ ਪਵੇਗਾ। ਜੇ ਮਨ ਦੀ ਭਾਵਨਾ ਸ਼ੁੱਧ ਹੈ, ਜੇ ਆਪਾਂ ਸੇਵਾ ਕਰ ਰਹੇ ਹਾਂ, ਸਿਮਰਨ ਕਰ ਰਹੇ ਹਾਂ, ਤੇ ਉਹਦੇ ਅੰਦਰ ਸਾਡਾ ਮਨੂਆ ਟਿਕਿਆ ਹੋਇਆ ਹੈ, ਅਸੀਂ ਕਿਸੇ ਤਰ੍ਹਾਂ ਦਾ ਕੋਈ ਛਲ ਤੇ ਫਰੇਬ ਨਹੀਂ ਵਿਖਾ ਰਹੇ। ਸਾਹਿਬ ਕਹਿੰਦੇ ਫਿਰ ਹੁੰਦਾ ਪਤਾ ਕੀ ਹੈ, ਪ੍ਰਭ ਕੀ ਦਰਗਹ ਸੋਭਾ ਸੇਤ। ਇੱਥੇ ਹੀ ਨਹੀਂ, ਹੁਣ ਜਿਹੜਾ ਬੰਦਾ ਨਾਮ ਜਪੇ, ਬਾਣੀ ਪੜ੍ਹੇ, ਸੰਸਾਰ ਤਾਂ ਉਹਦੀ ਵਡਿਆਈ ਗਾਏਗਾ ਨਾ, ਸੰਸਾਰ ਉਹਦੇ ਨਾਮ ਦੀ ਕੀਰਤੀ ਜ਼ਰੂਰ ਕਰੇਗਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਨਾਮ ਜਪਣ ਵਾਲਿਆਂ ਨੂੰ ਲੋਕ ਸਲਾਹੁੰਦੇ ਨੇ, ਨਾਮ ਜਪਣ ਵਾਲਿਆਂ ਦੇ ਕੋਲ ਬਹਿ ਕੇ ਲੋਕ ਆਪਣੇ ਆਪ ਨੂੰ ਵਡਭਾਗੀ ਮਹਿਸੂਸ ਕਰਦੇ ਨੇ। ਔਰ ਮਹਾਰਾਜ ਜੀ ਨੇ ਬੋਲ ਕੇ ਆ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਰੱਬੀ ਰਾਹ ਸਚਿਆਰ ਮਾਰਗ ਹੈ। ਇਸ ਸੱਚੇ ਮਾਰਗ ਤੇ ਚੱਲਦਿਆਂ ਹੋਇਆਂ ਨੂੰ ਸੰਸਾਰ ਸਤਿਕਾਰ ਜ਼ਰੂਰ ਦਿੰਦਾ ਹੈ, ਪਰ ਸਾਹਿਬ ਕਹਿੰਦੇ ਇਕੱਲੇ ਸੰਸਾਰ ਦੀ ਗੱਲ ਹੀ ਨਹੀਂ ਹੈ। ਜੋ ਪਵਿੱਤਰਤਾ ਦੇ ਨਾਲ, ਨਿਰਮਲਤਾਈ ਦੇ ਨਾਲ ਪ੍ਰਭੂ ਦੀ ਯਾਦ ਬੰਦਗੀ ਭਗਤੀ ਵਿੱਚ ਜੁੜਨਗੇ, ਰੱਬੀ ਦਰਗਾਹ ਦੇ ਅੰਦਰ ਵੀ ਉਹਨਾਂ ਦੀ ਇੱਜ਼ਤ ਹੋਵੇਗੀ, ਉੱਥੇ ਵੀ ਉਹਨਾਂ ਨੂੰ ਸਤਿਕਾਰ ਦਿੱਤਾ ਜਾਵੇਗਾ। ਆਪਾਂ ਬਚਨ ਪੜ੍ਹਦੇ ਹਾਂ ਨਾ, ਵਿੱਚ ਦੁਨੀਆ ਸੇਵ ਕਮਾਈ ਹੈ, ਤਾਂ ਦਰਗਹ ਬੈਸਣ ਪਾਈ ਹੈ,
ਕਹੋ ਨਾਨਕ ਬਾਹ ਲੋੜਾਈ ਹੈ। ਕਿਸੇ ਧਨਵਾਨ ਨੂੰ, ਕਿਸੇ ਉੱਚੇ ਅਹੁਦੇ ਵਾਲੇ ਨੂੰ ਓਨੀ ਇੱਜ਼ਤ ਨਹੀਂ ਹੈ ਰੱਬ ਦੀ ਦਰਗਾਹ ਅੰਦਰ ਜਿੰਨੀ ਨਾਮ ਜਪਣ ਵਾਲੇ ਦੀ ਇੱਜ਼ਤ ਹੈ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਰੱਬੀ ਦਰਗਾਹ ਦੇ ਅੰਦਰ ਕੇਵਲ ਤਾਂ ਕੇਵਲ ਇੱਕੋ ਇੱਕ ਇਦਾਂ ਦਾ ਆਸਰਾ ਹੈ, ਨਾਮ ਦਾ ਆਸਰਾ ਹੈ, ਜਿਸ ਆਸਰੇ ਦੇ ਕਰਕੇ ਜੀਵ ਆਤਮਾ ਦੀ ਇੱਜ਼ਤ ਬਰਕਰਾਰ ਰਹਿੰਦੀ ਹੈ। ਸਾਹਿਬ ਨੇ ਕਿਰਪਾ ਕੀਤੀ। ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਮਨ ਮੇਰੇ ਗਹੋ ਹਰ ਨਾਮ ਕਾ ਓਲਾ, ਤੁਝੈ ਨਾ ਲਾਗੈ ਤਾਤਾ ਝੋਲਾ ਰਹਾਉ। ਇਹ ਪਾਵਨ ਪੰਕਤੀਆਂ ਸ਼ਬਦ ਦਾ ਕੇਂਦਰੀ ਭਾਵ, ਸੈਂਟਰਲ ਆਈਡੀਆ। ਔਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਪਾਵਨ ਪੰਕਤੀਆਂ ਦੇ ਅੰਦਰ ਮਨ ਨੂੰ ਸੰਬੋਧਨ ਹੋ ਕੇ ਸਪਸ਼ਟ ਬੋਲ ਆਖਿਆ ਕਿ ਐ ਮੇਰੇ ਮਨ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਆਸਰਾ ਲੈ। ਓਲਾ ਦਾ ਅਰਥ ਹੈ ਆਸਰਾ, ਭਾਵ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਦੋ ਚੀਜ਼ਾਂ ਮਨੁੱਖ ਆਸ ਤੇ ਆਸਰੇ ਦੇ ਉੱਤੇ ਟਿਕਿਆ ਹੋਇਆ ਹੈ। ਕਿਸੇ ਨਾ ਕਿਸੇ ਤੋਂ ਆਸ ਰੱਖ ਲਈਦੀ ਹੈ, ਕਿਸੇ ਸੰਸਾਰੀ ਤੌਰ ਦੇ ਉੱਤੇ ਕਿਸੇ ਦਾ ਆਸਰਾ ਵੀ ਤੱਕੀਦਾ। ਪਰ ਸਾਹਿਬ ਆਖਦੇ ਨੇ ਭਲਿਆ ਇਹ ਜਿੰਨੇ ਸੰਸਾਰ ਦੇ ਆਸ ਤੇ ਆਸਰੇ ਨੇ, ਇਹਨਾਂ ਸਾਰਿਆਂ ਨੇ ਇੱਕ ਨਾ ਇੱਕ ਦਿਨ ਤੇਰੇ ਨਾਲ ਧੋਖਾ ਕਰ ਜਾਣਾ ਹੈ। ਤੇ ਇਸ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਜੇ ਕੁਝ ਸਾਥ ਚੱਲਣ ਵਾਲਾ ਹੈ ਤੇ ਉਹ ਹੈ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਆਸਰਾ। ਮਹਾਰਾਜ ਜੀ ਨੇ ਸਪਸ਼ਟ ਬੋਲ ਕਹੇ ਕਿ ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕਉ ਇੱਕ ਹੈ ਭਗਵਾਨ। ਸੱਚੇ ਪਾਤਸ਼ਾਹ ਮਹਾਰਾਜ ਜੀ ਆਖਦੇ ਨੇ ਮਨੁੱਖ ਦੀ ਤਾਂ ਆਸ ਹੀ ਵਿਅਰਥ ਜਾਣੀ ਹੈ ਨਾ। ਵੀ ਜੇ ਆਪਾਂ ਇਹ ਗੱਲ ਕਹੀਏ ਵੀ ਭਾਈ ਫਲਾਣਾ ਮੇਰਾ ਮਿੱਤਰ ਹੈ, ਮੇਰੀ ਸਹਾਇਤਾ ਕਰਨ ਵਾਲਾ ਹੈ, ਮੇਰੇ ਧੀਆਂ ਪੁੱਤਰ ਮੇਰੀ ਸਹਾਇਤਾ ਕਰਨਗੇ, ਉਹ ਮੇਰੇ ਨਾਲ ਸਾਥੀ ਬਣ ਕੇ ਹਮਦਮ ਹੋ ਕੇ ਤੁਰਦੇ ਨੇ, ਨਹੀਂ ਭਾਈ ਉਹ ਸਾਡੇ ਮਨ ਦਾ ਭੁਲੇਖਾ ਹੈ, ਸਾਡੇ ਤਨ ਦੀ ਅਵਸਥਾ ਤੇ ਨਿਰਭਰ ਕਰਦਾ ਹੈ। ਜੇ ਅੱਜ ਪੱਲੇ ਵਿੱਚ 4 ਛਿੱਲੜ ਹਨ ਤੇ ਤੁਹਾਡੇ ਬਹੁਤ ਸਾਥੀ ਨੇ ਜਿਨ੍ਹਾਂ ਨੂੰ ਨਹੀਂ ਵੀ ਜਾਣਦੇ, ਉਹ ਵੀ ਆ ਕਰਕੇ ਤੁਹਾਨੂੰ ਆਪਣਾ ਮਿੱਤਰ ਕਹਿਣਗੇ। ਪਰ ਜਦੋਂ ਸੰਸਾਰਿਕ ਤੌਰ ਤੇ ਬੰਦਾ ਕਿਤੇ ਉਹਦੇ ਸਰੀਰ ਦੇ ਹਾਲਾਤ, ਆਰਥਿਕ ਤੌਰ ਤੇ ਹਾਲਾਤ ਬਦਲ ਜਾਵਣ, ਫਿਰ ਤੁਸੀਂ ਵੇਖਿਓ ਕਿ ਉਹ ਸਾਥੀ ਕਿਸ ਪਾਸੇ ਨੂੰ ਚਲੇ ਜਾਂਦੇ ਨੇ। ਕਾਰਨ ਕਿਉਂਕਿ ਉਹ ਜੁੜੇ ਸੁੱਖਾਂ ਦੇ ਕਰਕੇ ਸਨ। ਜਿੰਨਾ ਚਿਰ ਤੱਕ ਉਹਨਾਂ ਨੂੰ ਆਪਣੀ ਆਸ ਪੂਰੀ ਹੁੰਦੀ ਦੀ ਸੀ, ਬੰਦਾ ਕਹਿੰਦਾ ਮੈਂ ਉਹਨਾਂ ਤੋਂ ਆਸ ਰੱਖਾਂ, ਪਰ ਸੁੱਖਾਂ ਵਿੱਚ ਜੁੜਨ ਵਾਲੇ ਆਪਣੀ ਆਸ ਨੂੰ ਪੂਰੀ ਹੁੰਦਿਆਂ ਨੂੰ ਦਿਸਦਿਆਂ ਹੋਇਆਂ ਬੰਦੇ ਦੇ ਨਾਲ ਜੁੜ ਜਾਂਦੇ ਨੇ। ਆਪਾਂ ਇਤਿਹਾਸ ਵਿੱਚ ਝਾਤ ਮਾਰੀਏ ਨਾ ਜੀ, ਤੇ ਅਨੇਕਾਂ ਘਟਨਾਵਾਂ ਇਦਾਂ ਦੀਆਂ ਨੇ ਜਿਨ੍ਹਾਂ ਨੇ ਸੰਸਾਰ ਦੀ ਆਸ ਰੱਖੀ ਤੇ ਲੋਕਾਂ ਨੇ ਉਹਨਾਂ ਦੇ ਆਲੇ ਦੁਆਲੇ ਝੁਰਮਟ ਪਾ ਲਿਆ। ਪਰ ਜਦੋਂ ਉਹਨਾਂ ਨੂੰ ਜ਼ਰੂਰਤ ਪਈ ਤੇ ਫਿਰ ਉੱਥੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੀ ਕੰਮ ਆਇਆ। ਆਪਾਂ ਸਾਰੇ ਜਾਣਦੇ ਹਾਂ ਭਾਈ ਪ੍ਰੇਮੇ ਵਾਲੀ ਸਾਖੀ। ਜਦੋਂ ਭਾਈ ਪ੍ਰੇਮੇ ਦੇ ਕੋਲ ਧਨ ਦੌਲਤ ਹੈ, ਉਹਦੇ ਕੋਲ ਮਾਲ ਅਸਬਾਸ ਹੈ ਤੇ ਉਹਦੇ ਬਹੁਤ ਸਾਰੇ ਸੱਜਣ ਨੇ, ਉਦੋਂ ਸਾਰੇ ਹੀ ਉਹਨੂੰ ਆਪਣਾ ਕਹਿੰਦੇ ਨੇ। ਸਮੇਂ ਨੇ ਕਰਵਟ ਲਈ, ਕਾਰਨ ਵਸ ਭਾਈ ਪ੍ਰੇਮਾ ਉਹ ਅਮੀਰ ਤੋਂ ਗਰੀਬ ਹੋ ਗਿਆ, ਉਹ ਕੰਗਾਲੀ ਦੀ ਹਾਲਤ ਵਿੱਚ ਚਲਿਆ ਗਿਆ। ਸਰੀਰ ਦੀ ਦਸ਼ਾ ਅਵਸਥਾ ਕੁਝ ਐਸੀ ਹੋ ਗਈ ਕਿ ਤਨ ਦੇ ਉੱਤੇ ਪੱਕੇ ਰੋਗ ਨੇ ਟਿਕਾਣਾ ਕਰ ਲਿਆ। ਹੁਣ ਹੈ ਤਾਂ ਉਹੀ ਸੀ, ਸਰੀਰ ਉਹੀ ਹੈ, ਸੱਜਣ ਉਹੀ ਨੇ, ਜਾਣਕਾਰ ਉਹੀ ਨੇ। ਪਰ ਜਦੋਂ ਜਾਣਕਾਰਾਂ ਸੱਜਣਾ ਨੇ ਇਹ ਗੱਲ ਸਮਝ ਲਈ ਵੀ ਹੁਣ ਨਾ ਪ੍ਰੇਮੇ ਕੋਲ ਧਨ ਹੈ, ਨਾ ਇਹਦੇ ਕੋਲ ਬੈਠਿਆਂ ਨੂੰ ਕੋਈ ਹੋਰ ਲਾਭ ਪ੍ਰਾਪਤ ਹੋਣਾ, ਤੇ ਉਹਨਾਂ ਨੇ ਆਪਣਾ ਰਾਹ ਰਸਤਾ ਹੀ ਵੱਖਰਾ ਕਰ ਲਿਆ। ਉਹਨਾਂ ਰਸਤਾ ਵੱਖਰਾ ਕਰ ਲਿਆ। ਇੱਥੋਂ ਤੱਕ ਜਿਹੜੇ ਘਰ, ਜਿਹੜੇ ਪਿੰਡ ਵਿੱਚ ਰਹਿੰਦਾ ਸੀ, ਉਹਨਾਂ ਕਿਹਾ ਵੀ ਜਿੱਦਾਂ ਦਾ ਰੋਗ ਇਹਨੂੰ ਹੈ, ਜੇ ਪਿੰਡ ਵਿੱਚ ਬਿਠਾ ਛੜਿਆ ਸਾਰੇ ਪਿੰਡ ਨੂੰ ਰੋਗੀ ਕਰਕੇ ਰੱਖ ਦੇਵੇਗਾ। ਉਹਨਾਂ ਪਿੰਡ ਤੋਂ ਬਾਹਰ ਮੰਜਾ ਕਰ ਦਿੱਤਾ। ਤੇ ਜਦੋਂ ਸਤਿਗੁਰੂ ਨੇ ਕਿਸੇ ਦਾ ਭਲਾ ਕਰਨਾ ਹੈ, ਸਤਿਗੁਰੂ ਤਾਂ ਨਹੀਂ ਵੇਖਦੇ ਵੀ ਇਹਦੇ ਤਨ ਦੀ ਅਵਸਥਾ ਕੀ ਹੈ, ਇਹਦੇ ਸਰੀਰ ਦਾ ਹਾਲ, ਇਹਦੀ ਜੇਬ ਵਿੱਚ ਦਮੜੇ ਕਿੰਨੇ ਹੈ। ਗੁਰੂ ਦਾ ਬਿਰਧ ਤਾਂ ਭਲਾ ਕਰਨਾ ਹੈ, ਗੁਰੂ ਦਾ ਸੁਭਾਅ ਤਾਂ ਬਖਸ਼ੇਂਦ ਹੈ। ਤੇ ਗੁਰੂ ਅਮਰਦਾਸ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਨਜ਼ਰ ਉਸ ਭਾਈ ਪ੍ਰੇਮੇ ਤੇ ਪਈ।
ਮਹਾਰਾਜ ਨੇ ਆਪ ਉਹਨੂੰ ਇਸ਼ਨਾਨ ਵੀ ਕਰਾਉਂਦੇ, ਮਹਾਰਾਜ ਉਹਦਾ ਇਲਾਜ ਵੀ ਕਰਦੇ, ਤੇ ਉਹਨੂੰ ਆਸਰਾ ਕਿਸ ਚੀਜ਼ ਦਾ ਦਿੱਤਾ? ਨਾਮ ਦਾ ਆਸਰਾ। ਜਿਹਨੂੰ ਸਾਹਿਬ ਨੇ ਆਖਿਆ ਭਾਈ ਕੇਵਲ ਨਾਮ ਦਾ ਓਟ ਤੇ ਆਸਰਾ ਹੋਵੇ ਤੇ ਜੀਵਨ ਵਿੱਚ ਬਹੁਤ ਵੱਡੀ ਤਬਦੀਲੀ ਆ ਜਾਂਦੀ, ਜੀਵਨ ਸਵਾਰਿਆ ਜਾਂਦਾ। ਹੁਣ ਭਾਈ ਪ੍ਰੇਮੇ ਨੂੰ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਬਾਰ ਵਿੱਚੋਂ, ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦੇ ਕੋਲੋਂ ਅਸਲ ਦਾਤ, ਅਸਲ ਆਸਰਾ ਨਾਮ ਪ੍ਰਾਪਤ ਹੁੰਦਾ ਹੈ, ਤੇ ਉਹੀ ਭਾਈ ਪ੍ਰੇਮਾ ਉਹ ਤੰਦਰੁਸਤ ਵੀ ਹੋ ਜਾਂਦਾ ਹੈ, ਤਨ ਕਰਕੇ ਵੀ ਤੰਦਰੁਸਤ ਹੁੰਦਾ ਹੈ ਤੇ ਮਨ ਕਰਕੇ ਵੀ ਚੜ੍ਹਦੀ ਕਲਾ ਵਿੱਚ ਚਲਿਆ ਜਾਂਦਾ ਹੈ। ਔਰ ਇੰਨਾ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਉਹਦੇ ਨਾਲ ਸਨੇਹ ਜਤਾਉਂਦੇ ਨੇ ਕਿ ਸਾਹਿਬ ਉਹਨੂੰ ਆਪਣਾ ਪੁੱਤਰ ਬਣਾ ਕੇ ਜਿੱਥੇ ਉਹਦਾ ਆਨੰਦ ਕਾਰਜ ਕਰਦੇ, ਉੱਥੇ ਜਦੋਂ ਮੰਜੀਆਂ ਥਾਪੀਆਂ ਬਤੌਰ ਪ੍ਰਚਾਰਕ ਭਾਈ ਪ੍ਰੇਮੇ ਨੂੰ ਜਿਹੜਾ ਸੀ ਮੁਰਾਰੀ ਦੇ ਰੂਪ ਅੰਦਰ ਮੰਜੀ ਦੀ ਬਖਸ਼ਿਸ਼ ਵੀ ਕਰ ਦਿੰਦੇ ਨੇ। ਇਹ ਸਾਰਾ ਕੁਝ ਨਾਮ ਦੇ ਕਰਕੇ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਖਦੇ ਨੇ ਭਾਈ ਤੁਸੀਂ ਨਾਮ ਦਾ ਆਸਰਾ ਲਓ, ਨਾਮ ਦੇ ਆਸਰੇ ਸਦਕਾ ਕੀ ਹੋਵੇਗਾ? ਤੁਝੈ ਨਾ ਲੱਗੈ ਤਾਤਾ ਝੋਲਾ। ਜਿਹੜੀ ਵਿਕਾਰਾਂ ਦੀ ਤਪਦੀ ਹੋਈ ਅੱਗ ਹੈ ਉਹ ਨਾਮ ਜਪਣ ਵਾਲਿਆਂ ਨੂੰ ਕਦੇ ਡੁਲਾ ਨਹੀਂ ਸਕਦੀ, ਕਦੇ ਨਹੀਂ ਪਹੁੰਚਦੀ, ਕਿਉਂਕਿ ਨਾਮ ਜਪਣ ਵਾਲੇ ਦੇ ਕੋਲ ਨਾਮ ਦੀ ਸੀਤਲਤਾ ਹੈ, ਨਾਮ ਦੀ ਠੰਡਕ ਹੈ। ਔਰ ਜਿੱਥੇ ਜਿਸ ਹਿਰਦੇ ਵਿੱਚ ਨਾਮ ਵਸਿਆ ਹੋਇਆ ਹੈ ਉੱਥੇ ਵਿਕਾਰਾਂ ਦੀ ਤਪਸ਼ ਆਪਣਾ ਪ੍ਰਭਾਵ ਨਹੀਂ ਪਾ ਸਕਦੀ। ਪਰ ਯਤਨ ਕੀ ਕਰਨਾ ਪਏਗਾ? ਵੀ ਨਾਮ ਨਾਲ ਜੁੜਨਾ ਪਏਗਾ, ਮਨ ਕਰਕੇ ਜੁੜਨਾ ਪਏਗਾ। ਜੇ ਆਪਾਂ ਇਹ ਗੱਲ ਆਖੀਏ ਵੀ ਆਪਾਂ ਗੁਰੂ ਦੇ ਕੋਲੋਂ ਨਮਸਕਾਰ ਕਰਦੇ ਹਾਂ, ਗੁਰੂ ਕੋਲ ਆ ਕੇ ਭੇਟਾਵਾਂ ਹਾਜ਼ਰ ਕਰਦੇ ਹਾਂ, ਬਾਣੀ ਥੋੜਾ ਚਿਰ ਸੁਣ ਲੈਂਦੇ ਹਾਂ ਤੇ ਆਪਾਂ ਬਾਹਰੀ ਤੌਰ ਤੇ ਇੱਕ ਮਰਿਆਦਾ ਨਿਭਾ ਕੇ ਚਲੇ ਜਾਂਦੇ ਹਾਂ, ਤੇ ਮਨ ਇਹ ਗੱਲ ਕਹੇ ਵੀ ਮਨ ਨੂੰ ਜੁੜਨ ਦੀ ਜ਼ਰੂਰਤ ਕੋਈ ਨਹੀਂ ਹੈ। ਨਹੀਂ ਭਾਈ, ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦਾ ਨਿਯਮ ਹੀ ਇਹ ਹੈ ਵੀ ਜਿੰਨਾ ਚਿਰ ਤੁਸੀਂ ਇੱਥੇ ਮਨ ਕਰਕੇ ਨਾ ਜੁੜੇ ਉਹਨਾਂ ਚਿਰ ਤੁਹਾਨੂੰ ਇਸ ਅਦੁੱਤੀ ਦਾਤ ਦਾ ਪਤਾ ਹੀ ਨਹੀਂ ਲੱਗਣਾ ਕਿ ਅਸਲ ਵਿੱਚ ਸਤਿਗੁਰੂ ਸਾਨੂੰ ਦੇਣਾ ਕੀ ਚਾਹੁੰਦੇ ਨੇ। ਵੇਖੋ ਸੰਸਾਰ ਦੇ ਪਦਾਰਥਾਂ ਦੀ ਤਾਂ ਗੱਲ ਹੀ ਬਹੁਤ ਛੋਟੀ ਰਹਿ ਗਈ। ਸੰਸਾਰੀ ਪਦਾਰਥ ਤਾਂ ਹਰੇਕ ਨੂੰ ਉਹਦੇ ਭਾਗਾਂ ਦੇ ਅਨੁਸਾਰ ਉਹਦੇ ਜੀਵਨ ਵਿੱਚ ਪ੍ਰਾਪਤ ਹੋ ਹੀ ਜਾਣਗੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਜਿੰਨਾ ਕਿਸੇ ਨੂੰ ਲਿਖਿਆ ਹੋਇਆ ਹੈ, ਜਿਵੇਂ ਦਾ ਹੈ ਉਹਨੂੰ ਪ੍ਰਾਪਤ ਜ਼ਰੂਰ ਹੋਵੇਗਾ, ਪਰ ਸਭ ਤੋਂ ਸ੍ਰੇਸ਼ਟ ਦਾਤ ਹੈ ਉਹ ਹੈ ਨਾਮ ਦੀ। ਇਸੇ ਕਰਕੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਵੀ ਜਦੋਂ ਆਪਾਂ ਮੰਗਣਾ ਵੀ ਹੈ ਨਾ ਤੇ ਆਪਾਂ ਨਾਮ ਹੀ ਮੰਗੀਏ ਮਹਾਰਾਜ ਸਾਹਿਬ ਜੀ ਦੇ ਕੋਲੋਂ, ਕਿਉਂਕਿ ਜਦੋਂ ਨਾਮ ਨੂੰ ਛੱਡ ਕੇ ਹੋਰ ਕੁਝ ਮੰਗਣ ਤੁਰ ਪੈਨੇ ਆ, ਸਾਹਿਬ ਕਹਿੰਦੇ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕਾ ਦੁੱਖ ਦੇ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਪਦਾਰਥ ਮੰਗਦੇ ਆ ਪਰ ਪਦਾਰਥ ਕਦੀ ਵੀ ਸਾਡੀ ਤ੍ਰਿਪਤੀ ਨਹੀਂ ਕਰਾ ਸਕਦੇ। ਤ੍ਰਿਪਤੀ ਕਿਵੇਂ ਹੋਵੇਗੀ, ਸੰਤੁਸ਼ਟੀ ਕਿਵੇਂ ਆਵੇਗੀ? ਉਹ ਨਾਮ ਦੇ ਸਦਕਾ ਹੀ ਆਉਣੀ। ਸਾਹਿਬ ਕਹਿੰਦੇ ਨੇ ਵੀ ਤੈਨੂੰ ਵਿਕਾਰਾਂ ਦਾ ਤੱਤਾ ਝੋਲਾ, ਭਾਵ ਤੈਨੂੰ ਵਿਕਾਰ ਤੰਗ ਨਹੀਂ ਕਰਨਗੇ। ਜਿਵੇਂ ਆਪਾਂ ਬਾਣੀ ਵਿੱਚ ਬਚਨ ਪੜ੍ਹਦੇ ਹਾਂ ਔਰ ਅਕਸਰ ਇਹ ਬੋਲ ਸਾਡੀ ਜ਼ੁਬਾਨ ਤੇ ਹੁੰਦਾ ਹੈ, ਸਾਹਿਬ ਜੀ ਦਾ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ, ਚੌ ਗਿਰਦ ਹਮਾਰਾ ਰਾਮ ਕਾਰ ਦੁੱਖ ਲੱਗੇ ਨਾ ਪਾਈ। ਨਾਮ ਜਪਣ ਵਾਲੇ ਦੇ ਆਲੇ ਦੁਆਲੇ ਇੱਕ ਔਰਾ ਇਸ ਪ੍ਰਕਾਰ ਦਾ ਬਣ ਜਾਂਦਾ ਹੈ ਕਿ ਜਦੋਂ ਉਹਦੇ ਲਾਗੇ ਕੋਈ ਵਿਕਾਰੀ ਬਿਰਤੀ ਦਾ ਬੰਦਾ ਆਪਣੀ ਜ਼ੁਬਾਨ ਤੋਂ ਕੋਈ ਬੋਲ ਕਵੇ ਤੇ ਉਹਨਾਂ ਬੋਲਾਂ ਦਾ ਅਸਰ ਨਾਮ ਜਪਣ ਵਾਲੇ ਤੇ ਹੁੰਦਾ ਹੀ ਕੋਈ ਨਹੀਂ, ਕਿਉਂਕਿ ਨਾਮ ਦੀ ਤਾਕਤ ਹਿਰਦੇ ਵਿੱਚ ਵਸੀ ਹੋਈ ਹੈ। ਨਾਮ ਜਪਣ ਵਾਲਿਆਂ ਦਾ ਹਿਰਦਾ ਨਾਮ ਨਾਲ ਭਰਿਆ ਪਿਆ ਹੈ, ਉੱਥੇ ਵਿਕਾਰਾਂ ਲਈ ਜਗ੍ਹਾ ਹੈ ਹੀ ਕੋਈ ਨਹੀਂ। ਸਾਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਸਤਿਗੁਰਾਂ ਨੇ ਇਹ ਸ਼ਬਦ ਦਾ ਰਹਾਉ ਵਾਲਾ ਜੋ ਬੰਦ ਸਾਹਿਬ ਆਖਣ ਲੱਗੇ, ਭਲਿਆ ਤਤ ਸਾਰ ਇਹ ਹੈ ਕਿ ਨਾਮ ਦਾ ਆਸਰਾ ਲੈ, ਨਾਮ ਦੀ ਓਟ ਆਸਰੇ ਤੋਂ ਬਿਨਾਂ ਤੇਰੇ ਜੀਵਨ ਦਾ ਕਦੇ ਭਲਾ ਨਹੀਂ ਹੋ ਸਕਦਾ। ਜਿਨ੍ਹਾਂ ਨੂੰ ਨਾਮ ਦਾ ਆਸਰਾ ਹੈ ਉਹ ਵਿਕਾਰਾਂ ਦੀ ਅੱਗ ਵਿੱਚ ਕਦੀ ਸੜਦੇ ਨਹੀਂ। ਨਾਮ ਦੇ ਆਸਰੇ ਸਦਕਾ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਚਾਹੇ ਚਾਰੇ ਪਾਸੇ ਮਾਇਆ ਦਾ ਪ੍ਰਭਾਵ, ਔਗਣਾਂ ਦੀ ਦੌੜ ਲੱਗੀ ਹੋਵੇ, ਪਰ ਜਿਨ੍ਹਾਂ ਦੇ ਕੋਲ ਹਰੀ ਵਾਹਿਗੁਰੂ ਜੀ ਦੇ ਨਾਮ ਦੀ ਦਾਤ ਹੈ ਉਹ ਇਹਨਾਂ ਔਗਣਾਂ ਤੋਂ ਸੁਰਖਰੂ ਹੋ ਕੇ ਬਚ ਜਾਂਦੇ ਨੇ। ਔਰ ਇਹ ਤਰੀਕਾ ਵੀ ਇਹੀ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਆਪਾਂ ਬਚਨ ਪੜ੍ਹਦੇ ਹਾਂ ਕਿ ਵੀ ਜਿਹੜੇ ਵਿਕਾਰੀ ਹਿਰਦੇ ਨੇ
ਉਹਨਾਂ ਹਿਰਦਿਆਂ ਨੂੰ ਠੰਡਕ ਦੇਣ ਦਾ ਇੱਕੋ ਇੱਕ ਤਰੀਕਾ ਹੈ। ਹੋਰ ਸੰਸਾਰੀ ਤਰੀਕੇ ਵਸੀਲੇ ਵਿਅਰਥ ਚਲੇ ਜਾਂਦੇ ਨੇ। ਸਾਹਿਬ ਆਖਿਆ, ਚੰਦਨ ਚਾਂਦਨਾ ਸਰਦ ਰੁੱਤ, ਮੂਲ ਨਾ ਮਿਟਾਈ ਘਾਮ, ਸੀਤਲ ਥੀ ਵਹਿ ਨਾਨਕਾ, ਜਪੰਦੜੋ ਹਰ ਨਾਮ। ਚੰਦਰਮਾ ਠੰਡਕ ਦਾ ਸੂਚਕ ਹੈ। ਸਰਦੀ ਦੀ ਰੁੱਤ ਆਵੇਗੀ, ਤਨ ਠਰੇਗਾ, ਉਹ ਵੀ ਠੰਡਕ ਹੈ। ਹੋਰ ਬਾਹਰੀ ਤੌਰ ਦੇ ਉੱਤੇ ਜਿੰਨਾ ਮਰਜ਼ੀ ਠੰਡੇ ਰਹਿਣ ਦਾ ਯਤਨ ਕਰੀਏ, ਸਾਹਿਬ ਕਹਿੰਦੇ ਜੇ ਮਨ ਵਿਕਾਰਾਂ ਦੀ ਅੱਗ ਵਿੱਚ ਸੜਦਾ ਪਿਆ ਹੈ ਨਾ, ਤੇ ਤੁਸੀਂ ਭਾਵੇਂ ਚੰਦਰਮਾ ਦੀ ਕਹੋ ਵੀ ਠੰਡਕ ਜਾਂ ਕਹੋ ਰੁੱਤ ਠੰਡੀ ਹੈ, ਤੁਹਾਡਾ ਮਨ ਠੰਡਾ ਨਹੀਂ ਹੋਣ ਲੱਗਾ। ਚੰਦਨ ਚਾਂਦਨਾ ਸਰਦ ਰੁੱਤ, ਚੰਦਨ ਹੈ, ਚੰਦਨ ਨੂੰ ਬੜਾ ਠੰਡਾ ਮੰਨਿਆ ਜਾਂਦਾ, ਉਹਨੂੰ ਘਸਾ ਕੇ ਉਹਦੇ ਲੇਪ ਕਰਕੇ ਲਾਏ ਜਾਂਦੇ ਨੇ, ਪਰ ਮੱਥੇ ਤੇ ਲੱਗਾ ਹੋਇਆ ਲੇਪ ਕੀ ਕਰੇਗਾ ਜਦੋਂ ਵਿਕਾਰਾਂ ਦੀ ਅੱਗ ਹਿਰਦੇ ਵਿੱਚ ਬਲਦੀ ਪਈ ਹੈ। ਸਾਹਿਬ ਆਖਿਆ, ਉਸ ਹਿਰਦੇ ਦੀ ਬਲਦੀ ਹੋਈ ਵਿਕਾਰਾਂ ਵਾਲੀ ਅਗਨੀ, ਉਹਦੀ ਤਪਸ਼ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਕਿ ਤੁਸੀਂ ਨਾਮ ਨਾਲ ਜੁੜ ਜਾਓ, ਗੁਰੂ ਦੀ ਬਾਣੀ ਨਾਲ ਜੁੜ ਜਾਈਏ, ਗੁਰੂ ਕੀ ਸਿੱਖਿਆ ਨੂੰ ਗ੍ਰਹਿਣ ਕਰ ਲਈਏ। ਸੱਚੇ ਪਾਤਸ਼ਾਹ ਮਹਾਰਾਜ ਜੀ ਅੱਗੇ ਉਦਾਹਰਨਾਂ ਦਿੰਦੇ ਨੇ। ਸਾਹਿਬ ਨੇ ਦ੍ਰਿਸ਼ਟਾਂਤ ਦਿੱਤੇ, ਜਿਉਂ ਬੋਹਿਥ ਭੈ ਸਾਗਰ ਮਾਹੇ, ਅੰਧਕਾਰ ਦੀਪਕ ਦੀਪਾਹੇ। ਤਿੰਨ ਉਦਾਹਰਣਾਂ ਸਤਿਗੁਰੂ ਜੀ ਨੇ, ਤਿੰਨ ਦ੍ਰਿਸ਼ਟਾਂਤ ਦਿੱਤੇ ਕਿ ਜਿਸ ਪ੍ਰਕਾਰ ਸਮੁੰਦਰ ਦੇ ਅੰਦਰ ਕੋਈ ਜਹਾਜ਼ ਹੋਵੇ ਤੇ ਮਨੁੱਖ ਉਸ ਜਹਾਜ਼ ਦੇ ਆਸਰੇ ਦੇ ਸਦਕਾ ਹੀ ਸਮੁੰਦਰ ਨੂੰ ਪਾਰ ਕਰ ਸਕਦਾ ਹੈ। ਹੁਣ ਸਮੁੰਦਰ ਦਾ ਘੇਰਾ ਬੜਾ ਵਿਸ਼ਾਲ ਹੈ, ਉਹਦੀ ਡੂੰਘਾਈ ਦੀ ਗਿਣਤੀ ਮਿਣਤੀ ਕੋਈ ਨਹੀਂ, ਉਹ ਲੰਬਾ ਬਹੁਤ ਜ਼ਿਆਦਾ ਹੈ, ਤੇ ਬੰਦਾ ਇਹ ਯਤਨ ਕਰੇ, ਇਹ ਗੱਲ ਕਹੇ ਵੀ ਮੈਂ ਤਰ ਕੇ ਪਾਰ ਕਰਾਂਗਾ, ਨਹੀਂ, ਉਹਨੂੰ ਆਸਰਾ ਲੈਣਾ ਪਵੇਗਾ। ਇਸੇ ਤਰ੍ਹਾਂ ਇਹ ਭਵ ਸਾਗਰ, ਇਹ ਸੰਸਾਰ ਸਮੁੰਦਰ ਹੈ, ਇੱਥੇ ਬੰਦਾ ਆਪਣੀ ਅਕਲ ਤੇ ਸਿਆਣਪ ਦੇ ਨਾਲ ਨਹੀਂ ਚੱਲ ਸਕਦਾ। ਹਾਂ, ਨਿਮਰ ਭਾਵ ਵਿੱਚ ਆ ਕੇ ਨਾਮ ਦਾ, ਗੁਰੂ ਕੀ ਬਾਣੀ ਦਾ ਆਸਰਾ ਲੈ ਲਵੇ ਤੇ ਭਵ ਸਾਗਰ ਤੋਂ ਪਾਰ ਜ਼ਰੂਰ ਹੋਇਆ ਜਾ ਸਕਦਾ। ਸਾਹਿਬ ਕਹਿੰਦੇ, ਜਿਵੇਂ ਕਿਸੇ ਮਨੁੱਖ ਦੇ ਲਈ ਸਮੁੰਦਰ ਦੇ ਅੰਦਰ ਬੋਹਿਤ ਜਿਹੜਾ ਹੈ, ਜਹਾਜ਼ ਜਿਹੜਾ ਹੈ, ਉਹਨੂੰ ਪਾਰ ਉਤਾਰਨ ਦਾ ਕੰਮ ਕਰਦਾ ਹੈ। ਦੂਜੀ ਉਦਾਹਰਣ ਦਿੱਤੀ, ਅੰਧਕਾਰ ਦੀਪਕ ਦੀਪਾਹੇ, ਦੀਪਕ ਤੋਂ ਭਾਵ ਦੀਵਾ। ਹੁਣ ਦੀਵੇ ਦਾ ਧਰਮ ਕੀ ਹੈ? ਦੀਵੇ ਵਿੱਚ ਤੇਲ ਹੋਵੇ, ਉਸ ਤੇਲ ਵਿੱਚ ਬੱਟੀ ਹੋਵੇ, ਉਹਨੂੰ ਅੱਗ ਲਾਈ ਜਾਵੇ ਤੇ ਉਹ ਦੀਵਾ ਚਾਨਣ ਕਰ ਦਿੰਦਾ ਹੈ। ਔਰ ਜਦੋਂ ਦੀਵੇ ਦਾ ਚਾਨਣ ਪ੍ਰਕਾਸ਼ ਹੋਵੇਗਾ ਤੇ ਮਨੁੱਖ ਠੇਡੇ ਖਾਣੋਂ ਬਚ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਮਨ ਅੰਦਰ ਸ਼ਬਦ ਦਾ ਚਾਨਣ ਹੋਵੇ, ਜਦੋਂ ਸ਼ਬਦ ਦਾ ਆਸਰਾ ਮਨ ਨੂੰ ਪ੍ਰਾਪਤ ਹੋ ਜਾਵੇ ਤੇ ਸਾਨੂੰ ਫਿਰ ਔਗਣਾਂ ਦੇ ਠੇਡੇ ਨਹੀਂ ਵੱਜਦੇ। ਸਤਿਗੁਰੂ ਦੇ ਸ਼ਬਦ ਵਿੱਚ ਇਹ ਤਾਕਤ ਹੈ ਕਿ ਸਤਿਗੁਰੂ ਦੇ ਸ਼ਬਦ ਦਾ ਚਾਨਣ ਸਾਨੂੰ ਸਿੱਧੇ ਰਸਤੇ ਦੇ ਉੱਤੇ ਤੋਰਦਾ ਹੈ। ਜਿਸ ਮਾਰਗ ਦੇ ਬਾਰੇ ਆਪਾਂ ਨੂੰ ਨਹੀਂ ਪਤਾ, ਸਤਿਗੁਰੂ ਜੀ ਉਸ ਮਾਰਗ ਦੇ ਬਾਰੇ ਆਪਣੇ ਸ਼ਬਦ ਵਿੱਚੋਂ ਸਾਨੂੰ ਗਿਆਨ ਬਖਸ਼ਿਸ਼ ਕਰ ਦਿੰਦੇ ਨੇ। ਸਤਿਗੁਰੂ ਦਾ ਸ਼ਬਦ ਸਾਨੂੰ ਰੱਬੀ ਰਾਹ ਤੇ ਤੁਰਨ ਦੀ ਪ੍ਰੇਰਣਾ ਦਿੰਦਾ ਹੈ, ਔਰ ਗਿਆਨ ਦੇ ਸਹਿਤ, ਵਿਵੇਕ ਮਤ ਦੇ ਸਹਿਤ ਜਿਹੜਾ ਰਸਤਾ ਗੁਰੂ ਨੇ ਦੱਸਿਆ ਹੈ ਨਾ, ਉਸ ਰਸਤੇ ਤੇ ਸਤ ਬਚਨ ਕਹਿ ਕੇ ਤੁਰਨਾ ਸਿੱਖ ਦਾ ਫਰਜ਼ ਬਣ ਜਾਂਦਾ ਹੈ। ਕਿਉਂਕਿ ਸਦਾ ਯਾਦ ਰੱਖੀਏ, ਗੁਰੂ ਆਪਣੇ ਸਿੱਖ ਨੂੰ ਕਦੀ ਅੰਧਕਾਰ ਵਿੱਚ ਨਹੀਂ ਸੁੱਟੇਗਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ, ਸਾਹਿਬ ਜੀ ਦੀ ਬਾਣੀ ਸਾਨੂੰ ਉਸ ਪਾਸੇ ਵੱਲ ਲਿਜਾਵੇਗੀ ਜਿਸ ਪਾਸੇ ਜਾਂਦਿਆਂ ਹੋਇਆਂ ਰੱਬ ਜੀ ਦੇ ਨਾਲ ਇਕਮਿਕਤਾ ਤੇ ਅਭੇਦਤਾ ਪ੍ਰਾਪਤ ਹੋਵੇਗੀ। ਮਹਾਰਾਜ ਸਾਹਿਬ ਜੀ ਸਾਡੇ ਤੇ ਇਹ ਕਿਰਪਾ ਕਰਦੇ ਨੇ ਕਿ ਸਾਨੂੰ ਧਰਮ ਦੇ ਰਾਹ ਤੇ ਤੁਰਨ ਦੀ ਸਿੱਖਿਆ ਗੁਰੂ ਕੋਲੋਂ ਪ੍ਰਾਪਤ ਹੋ ਜਾਵੇ। ਜਿਹੜਾ ਰਸਤਾ ਗੁਰੂ ਦੱਸੇਗਾ, ਸਾਹਿਬ ਕਹਿੰਦੇ ਉਹ ਸਿੱਖ ਦਾ ਫਰਜ਼ ਬਣਦਾ ਹੈ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਐ ਗੁਰਸਿੱਖ ਮਿੱਤਰ, ਤੂੰ ਗੁਰੂ ਦੇ ਦੱਸੇ ਹੋਏ ਰਾਹ ਤੇ ਚੱਲ। ਜਿਹੜਾ ਰਾਹ ਗੁਰੂ ਦੱਸ ਰਿਹਾ, ਸਤਿਗੁਰੂ ਕਹਿ ਰਹੇ ਨੇ, ਭਲਿਆ ਤੈਨੂੰ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਹੈ, ਤੈਨੂੰ ਬਾਣੀ ਪੜ੍ਹਨੀ ਚਾਹੀਦੀ ਹੈ, ਤੈਨੂੰ ਮਨ ਕਰਕੇ ਗੁਰੂ ਦੀ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਾਧਨਾ ਸਿਮਰਨ ਵਿੱਚ ਜੁੜਨਾ ਚਾਹੀਦਾ ਹੈ। ਤੂੰ ਸਤ ਕਹਿ ਕੇ ਉਸ ਪਾਸੇ ਨੂੰ ਜੁੜ ਜਾ। ਗੁਰੂ ਦੇ ਕੀਤੇ ਹੋਏ ਤੇ ਤਰਕ ਨਹੀਂ ਕਰਨਾ, ਗੁਰੂ ਦੇ ਕੀਤੇ ਹੋਏ ਤੇ ਕੋਈ ਸ਼ੱਕ ਨਹੀਂ ਲੈ ਕੇ ਆਉਣਾ। ਕਿਉਂਕਿ ਯਾਦ ਰੱਖੀਏ, ਗੁਰੂ ਹਲਤ ਤੇ ਪਲਤ
ਦੋਵੇਂ ਜਹਾਨਾਂ ਦਾ ਮਾਲਕ ਹੈ। ਸਤਿਗੁਰੂ ਦੋਹਾਂ ਪਾਸਿਆਂ ਦੀ ਸੋਝੀ ਰੱਖਦੇ ਨੇ। ਸਤਿਗੁਰੂ ਸਾਡੇ ਜੀਵਨ ਨੂੰ ਸਵਾਰਨ ਦੀ ਤਾਕਤ ਰੱਖਦੇ ਨੇ। ਸ਼ਬਦ ਦੇ ਵਿੱਚ ਤਾਕਤ ਹੈ। ਜਦੋਂ ਅਸੀਂ ਗੁਰੂ ਕੇ ਸ਼ਬਦ ਨਾਲ ਜੁੜਾਂਗੇ ਨਾ ਤੇ ਸਾਡੇ ਜੀਵਨ ਦਾ ਭਲਾ ਹੋਣਾ ਲਾਜ਼ਮੀ ਹੈ। ਪਰ ਇਹ ਆ ਵੀ ਸਾਨੂੰ ਜੁੜਨਾ ਸਤ ਕਹਿ ਕੇ ਪਵੇਗਾ। ਬਾਹਰ ਜਿਵੇਂ ਮੈਂ ਪਹਿਲਾਂ ਬਚਨ ਕੀਤਾ ਵੀ ਬਾਹਰ ਸਿਆਣਪ ਅਕਲ ਸਾਡੀ ਚੱਲ ਜਾਂਦੀ ਹੈ, ਪਰ ਜਦੋਂ ਕਹੀਏ ਵੀ ਗੁਰੂ ਦੀ ਸਿੱਖਿਆ ਦੇ ਬਰਾਬਰ ਆਪਣੀ ਅਕਲ ਨੂੰ ਰੱਖ ਕੇ ਤੁਰੀਏ, ਨਹੀਂ ਭਾਈ, ਉੱਥੇ ਫਿਰ ਅਸੀਂ ਉਕਾਈ ਖਾ ਜਾਵਾਂਗੇ। ਗੁਰੂ ਦੀ ਸਿਆਣਪ, ਗੁਰੂ ਦੀ ਮੱਤ ਜਿਹੜੀ ਹੈ ਉਹਨੂੰ ਗ੍ਰਹਿਣ ਕਰਨ ਤੋਂ ਬਾਅਦ ਆਪਣੇ ਮਨ ਨੂੰ ਨਿਮਰ ਭਾਵ ਵਿੱਚ ਲੈ ਆਈਏ। ਜਿੱਥੇ ਨਿਮਰਤਾ ਹੋਵੇਗੀ ਉੱਥੇ ਜਦੋਂ ਗੁਰੂ ਕਾ ਸ਼ਬਦ ਵਸੇਗਾ ਤੇ ਜੀਵਨ ਚੜ੍ਹਦੀ ਕਲਾ ਵਾਲੇ ਪਾਸੇ ਜਾਵੇਗਾ। ਸਾਹਿਬ ਆਖਣ ਲੱਗੇ ਜਿਵੇਂ ਇੱਕ ਦੀਵਾ ਜਦ ਰੌਸ਼ਨੀ ਕਰੇ ਤੇ ਉਸ ਰੌਸ਼ਨੀ ਦੇ ਸਦਕੇ ਸੰਸਾਰੀ ਤੌਰ ਤੇ ਬਾਹਰੀ ਤੌਰ ਤੇ ਅਗਿਆਨਤਾ ਦਾ ਜਿਹੜਾ ਉਹ ਹਨੇਰਾ ਬਾਹਰੀ ਪਸਰਿਆ ਹੋਇਆ ਹਨੇਰਾ ਹੈ ਉਹ ਚਲਿਆ ਜਾਂਦਾ ਹੈ, ਬੰਦਾ ਠੇਡਿਆਂ ਤੋਂ ਬਚ ਜਾਂਦਾ ਹੈ। ਇਸੇ ਤਰ੍ਹਾਂ ਤੀਸਰੀ ਉਦਾਹਰਣ ਦਿੱਤੀ, ਅਗਨ ਸੀਤ ਕਾ ਲਾਹਸ ਦੂਖ, ਨਾਮ ਜਪਤ ਮਨ ਹੋਵਤ ਸੂਖ। ਜਿਸ ਪ੍ਰਕਾਰ ਬਲਦੀ ਹੋਈ ਅਗਨੀ ਸਰੀਰ ਨੂੰ ਲੱਗਦੀ ਹੋਈ ਠੰਡ ਨੂੰ ਦੂਰ ਕਰ ਦਿੰਦੀ ਹੈ, ਨਾਮ ਇਸ ਪ੍ਰਕਾਰ ਸਾਡੇ ਜੀਵਨ ਦੇ ਅੰਦਰ ਕਿਰਿਆ ਕਰਦਾ ਹੈ। ਨਾਮ ਨੂੰ ਜਪਣ ਸਦਕੇ ਸਾਹਿਬ ਕਹਿੰਦੇ ਨੇ ਮਨ ਹੋਵਤ ਸੂਖ, ਮਨ ਦੇ ਅੰਦਰ ਸੁਖ ਪੈਦਾ ਹੋ ਜਾਂਦੇ ਨੇ। ਜਿਵੇਂ ਕਿਸੇ ਬੰਦੇ ਨੂੰ ਸਤਿਗੁਰਾਂ ਆਖਿਆ ਵੀ ਸਮੁੰਦਰ ਵਿੱਚ ਜਹਾਜ਼ ਜ਼ਰੂਰੀ ਹੈ, ਜਿਵੇਂ ਹਨੇਰੇ ਵਿੱਚ ਦੀਵਾ ਜ਼ਰੂਰੀ ਹੈ ਵੀ ਚਾਨਣ ਕਰੇਗਾ, ਜਿਵੇਂ ਠੰਡ ਨੂੰ ਦੂਰ ਕਰਨ ਵਾਸਤੇ ਅੱਗ ਜ਼ਰੂਰੀ ਹੈ, ਇਸੇ ਤਰ੍ਹਾਂ ਮਨ ਦੀ ਜਿਹੜੀ ਸੁੱਖਾਂ ਦੇ ਵਿੱਚ ਜੇ ਚਾਹੁੰਦੇ ਆ ਮਨ ਸदैव ਸੁਖੀ ਹੋ ਜਾਵੇ ਤੇ ਉਹਦੇ ਵਾਸਤੇ ਨਾਮ ਜ਼ਰੂਰੀ ਹੈ। ਸੁੱਖ ਦੁੱਖ ਦੀ ਵੀ ਇੱਕ ਪਰਿਭਾਸ਼ਾ ਹੈ। ਅਸੀਂ ਆਮ ਕਰਕੇ ਨਾ ਜ਼ਿੰਦਗੀ ਵਿੱਚ ਇਹ ਚੀਜ਼ ਚਾਹੁੰਦੇ ਆ ਵੀ ਜ਼ਿੰਦਗੀ ਹੋਵੇ ਬਹੁਤ ਸੁੱਖਾਂ ਦੇ ਨਾਲ ਲਬਰੇਜ਼, ਪਰ ਯਾਦ ਰੱਖੀਏ ਇਦਾਂ ਕਦੀ ਹੁੰਦਾ ਨਹੀਂ ਹੈ। ਜ਼ਿੰਦਗੀ ਦੇ ਅੰਦਰ ਧੁੱਪ ਤੇ ਛਾਂ ਦੋਵੇਂ ਪੱਖ ਚੱਲਣਗੇ, ਸੁੱਖ ਤੇ ਦੁੱਖ ਦੋਵੇਂ ਪੱਖ ਚੱਲਣਗੇ। ਜਿਵੇਂ ਦਿਨ ਤੇ ਰਾਤ ਦੋਵੇਂ ਪੱਖ ਚੱਲਦੇ ਨੇ ਨਾ, ਇਸੇ ਪ੍ਰਕਾਰ ਸੁੱਖ ਦੁੱਖ ਆਵਣਗੇ ਜ਼ਰੂਰ। ਪਰ ਹੁਣ ਜਿਨ੍ਹਾਂ ਨੇ ਨਾਮ ਦੇ ਨਾਲ ਜੁੜਨਾ ਆਪਣੇ ਜੀਵਨ ਦਾ ਆਹਰ ਬਣਾ ਲਿਆ, ਜਿਹੜੇ ਮਨ ਕਰਕੇ ਗੁਰੂ ਸ਼ਬਦ ਵਿੱਚ ਜੁੜ ਗਏ ਨੇ, ਜਦੋਂ ਉਹਨਾਂ ਤੇ ਦੁੱਖ ਆਉਂਦਾ ਹੈ ਨਾ ਤੇ ਉਹ ਸੰਸਾਰੀ ਲੋਕਾਂ ਦੇ ਵਾਂਗੂ ਉਸ ਦੁੱਖ ਦੀ ਦੁਹਾਈ ਨਹੀਂ ਪਾਉਂਦੇ, ਉਹ ਅਲਾਮੇ ਨਹੀਂ ਦਿੰਦੇ ਗੁਰੂ ਨੂੰ। ਉਹ ਸਤ ਕਹਿ ਕੇ ਗੁਰੂ ਦਾ ਭਾਣਾ ਰਜ਼ਾ ਮੰਨ ਕੇ ਉਹਨਾਂ ਦੁੱਖਾਂ ਨੂੰ ਜਰਨ ਦੀ ਤਾਕਤ ਗੁਰੂ ਦੇ ਕੋਲੋਂ ਮੰਗਦੇ ਨੇ। ਆਪਾਂ ਵੇਖੀਏ ਨਾ, ਆਪਾਂ ਜਦੋਂ ਚੜ੍ਹਦੀ ਕਲਾ ਦੀ ਗੱਲ ਕਰਦੇ ਹਾਂ, ਸਾਡਾ ਸੁਭਾਅ ਹੈ ਵੀ ਇੱਕ ਦੂਜੇ ਨੂੰ ਮਿਲੀਏ ਤੇ ਹਾਲ ਚਾਲ ਪੁੱਛਣ ਤੋਂ ਬਾਅਦ ਕਹੀਦਾ ਵੀ ਚੜ੍ਹਦੀ ਕਲਾ। ਕੀ ਇਹ ਚੜ੍ਹਦੀ ਕਲਾ ਕੇਵਲ ਕਹਿਣ ਮਾਤਰ ਹੈ? ਨਹੀਂ ਭਾਈ, ਤੁਸੀਂ ਪੁਰਾਤਨ ਸਿੱਖਾਂ ਦਾ ਇਤਿਹਾਸ ਪੜ੍ਹ ਕੇ ਵੇਖਿਓ, ਉਹਨਾਂ ਨੇ ਨਾਮ ਜਪ ਕਰਕੇ ਇਸ ਚੜ੍ਹਦੀ ਕਲਾ ਨੂੰ ਆਪਣੇ ਜੀਵਨ ਵਿੱਚ ਕਮਾਇਆ ਹੋਇਆ ਹੈ। ਇਤਿਹਾਸ ਦੀਆਂ ਪੁਰਾਤਨ ਸਾਖੀਆਂ ਸਾਨੂੰ ਦੱਸਦੀਆਂ, ਅਸੀਂ ਸਾਰੇ ਜਾਣਦੇ ਹਾਂ ਕਿ ਉਹ ਸਮਾਂ ਵੀ ਪੰਥ ਦੇ ਉੱਤੇ ਆਇਆ ਜਦੋਂ ਸਿੱਖਾਂ ਨੂੰ ਆਪਣੇ ਘਰ ਬਾਹਰ ਛੱਡਣੇ ਪਏ, ਜਦੋਂ ਸਿੱਖਾਂ ਨੂੰ ਜੰਗਲਾਂ ਵਿੱਚ ਜਾ ਕੇ ਡੇਰੇ ਲਾਉਣੇ ਪਏ, ਕੋਈ ਪੱਕਾ ਟਿਕਾਣਾ ਰਹਿਣ ਦਾ ਨਹੀਂ, ਕੋਈ ਖਾਣ ਪੀਣ ਦੇ ਵਾਸਤੇ ਪੱਕਾ ਭੋਜਨ ਨਹੀਂ ਹੈ, ਕੋਈ ਕਿਸੇ ਵੀ ਤਰ੍ਹਾਂ ਦੀ ਸੁੱਖ ਸਹੂਲਤ ਨਹੀਂ। ਪਰ ਫਿਰ ਵੀ ਸਿੱਖ ਚੜ੍ਹਦੀ ਕਲਾ ਵਿੱਚ ਸਨ। ਫਿਰ ਵੀ ਸਿੱਖਾਂ ਨੇ ਜ਼ਾਲਮ ਦੀ ਈਨ ਨਹੀਂ ਮੰਨੀ। ਫਿਰ ਵੀ ਸਿੱਖਾਂ ਨੇ ਕਿਤੇ ਇਹ ਨਹੀਂ ਕਿਹਾ ਵੀ ਸਮਝੌਤਾ ਕਰਕੇ ਸੁਖੀ ਵਸੀਏ, ਨਹੀਂ। ਉਹਨਾਂ ਸਿਰਫ ਤੇ ਸਿਰਫ ਇਹ ਧਿਆਨ ਰੱਖਿਆ ਵੀ ਸਾਡਾ ਕਰਮ ਹੈ ਗੁਰੂ ਦੀ ਦਿੱਤੀ ਹੋਈ ਸਿੱਖਿਆ ਨੂੰ ਗ੍ਰਹਿਣ ਕਰਕੇ ਹਿਰਦੇ ਵਿੱਚ ਵਸਾ ਕੇ ਰੱਖੀਏ। ਗੁਰੂ ਦੀ ਸਿੱਖਿਆ ਦੇ ਸਦਕਾ ਹੀ ਉਹ ਜੰਗਲ ਬੇਲਿਆਂ ਵਿੱਚ ਵੱਸਦੇ, ਉਹ ਭੁੱਖਾਂ ਤੇ ਫਾਕੇ ਕੱਟਦੇ ਹੋਏ ਵੀ ਚੜ੍ਹਦੀ ਕਲਾ ਵਿੱਚ ਸਨ। ਅੱਜ ਅਸੀਂ ਬੜੇ ਸੁੱਖ ਮਾਣ ਰਹੇ ਹਾਂ। ਜੇ ਆਪਣੇ ਸੁੱਖਾਂ ਦੀ ਗੱਲ ਕਰੀਏ ਨਾ ਤੇ ਸਾਨੂੰ ਤੇ ਉਹਨਾਂ ਸਿੱਖਾਂ ਦੀ ਬਰਾਬਰ ਕਿਤੇ 1% ਦੁੱਖ ਵੀ ਨਹੀਂ ਆਇਆ। ਅਸੀਂ ਤੇ ਘਰ ਬਾਹਰ ਪੱਕਿਆਂ ਮੰਦਰਾਂ ਵਿੱਚ ਬੈਠੇ ਹੋਏ ਵੀ ਅਸੀਂ ਇਸ ਗੱਲ ਦਾ ਰੌਲਾ ਪਾਈ ਜਾਂਦੇ ਹਾਂ ਵੀ ਸਾਡੇ ਜੀਵਨ ਦੇ ਅੰਦਰ ਜਿਹੜਾ ਹੈ ਉਹ ਸੁੱਖ ਨਹੀਂ ਹੈ, ਸੁੱਖ ਨਹੀਂ ਹੈ। ਨਹੀਂ ਭਾਈ, ਬਹੁਤ ਕੁਝ ਸਾਡੇ ਕੋਲ ਹੈ, ਜੇ ਨਹੀਂ ਹੈ ਤੇ ਉਹ ਅਸੀਂ ਨਾਮ ਤੋਂ ਟੁੱਟੇ ਹੋਏ ਹਾਂ। ਅਸਲ ਵਿੱਚ ਜਿੰਨਾ ਕੁਝ ਸਾਡੇ ਕੋਲ ਹੈ ਨਾ, ਸਾਨੂੰ ਨਾਮ ਤੋਂ ਟੁੱਟਣ ਕਰਕੇ ਉਹ ਗੁਰੂ ਦੀਆਂ ਬਖਸ਼ਿਸ਼ਾਂ,
ਰੱਬ ਜੀ ਦੀਆਂ ਨਿਆਮਤਾਂ ਦਿਸ ਹੀ ਨਹੀਂ ਰਹੀਆਂ ਵੀ ਅਸੀਂ ਕਿੰਨਾ ਕੁਝ ਹਾਸਲ ਕਰੀ ਬੈਠੇ ਆ। ਪਰ ਸਾਹਿਬ ਆਖਦੇ ਨੇ ਜਦੋਂ ਨਾਮ ਵਿੱਚ ਮਨ ਜੁੜ ਜਾਵੇਗਾ ਫਿਰ ਚਾਰੇ ਪਾਸੇ ਸੁੱਖ ਵਰਤਣਗੇ। ਜਦੋਂ ਹਿਰਦੇ ਅੰਦਰ ਸੁੱਖ ਹੈ, ਜਦੋਂ ਮਨ ਵਿੱਚ ਸੁੱਖ ਹੈ, ਤਨ ਤੇ ਚੜ੍ਹਦੀ ਕਲਾ ਆਪਣੇ ਆਪ ਆ ਜਾਵੇਗੀ। ਸਾਹਿਬ ਨੇ ਅੱਗੇ ਬਚਨ ਕੀਤੇ, ਉਤਰ ਜਾਏ ਤੇਰੇ ਮਨ ਕੀ ਪਿਆਸ, ਪੂਰਨ ਹੋਵੇ ਸਗਲੀ ਆਸ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਆਖਣ ਲੱਗੇ, ਭਾਈ ਜਦੋਂ ਨਾਮ ਦਾ ਆਸਰਾ ਹਿਰਦੇ ਅੰਦਰ, ਤੇ ਫਿਰ ਜਿਹੜੀ ਪਦਾਰਥਾਂ ਦੀ ਪਿਆਸ ਹੈ ਨਾ, ਜਿਹੜੀ ਪਹਿਲਾਂ ਮਾਇਆ ਦੇ ਵਿੱਚ ਰਤੇ ਹੋਣ ਕਰਕੇ ਬਾਰ-ਬਾਰ ਕੋਈ ਨਾ ਕੋਈ ਮੰਗ ਉੱਠ ਖਲੋਂਦੀ ਸੀ, ਜਿਹਦੇ ਸਦਕਾ ਬਾਰ-ਬਾਰ ਮਨ ਜਿਹੜਾ ਸੀ ਉਹ ਭਟਕੀ ਜਾਵੇ, ਬਾਰ-ਬਾਰ ਕਿਸੇ ਹੋਰ ਦਰ ਦਰਬਾਰ ਨੂੰ ਲੱਭਦਾ ਫਿਰੇ। ਸਾਹਿਬ ਕਹਿੰਦੇ ਜਦੋਂ ਨਾਮ ਵਿੱਚ ਮਨ ਜੁੜਿਆ ਹੋਵੇ ਨਾ, ਫਿਰ ਇਹ ਸਾਰੀਆਂ ਤ੍ਰਿਸ਼ਨਾਵਾਂ, ਇਹ ਲਾਲਸਾਵਾਂ ਖਤਮ ਹੋ ਜਾਂਦੀਆਂ ਨੇ। ਇਹ ਸਾਰਾ ਕੁਝ ਕਦੋਂ ਖਤਮ ਹੁੰਦਾ ਹੈ? ਆਪਾਂ ਰੋਜ਼ ਬਚਨ ਪੜ੍ਹਦੇ ਹਾਂ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਜਦੋਂ ਨਾਮ ਆਸਰਾ ਬਣਿਆ ਇਸ ਜਿੰਦ ਦਾ, ਇਸ ਮਨ ਦਾ, ਤੇ ਉਸ ਨਾਮ ਦੇ ਆਸਰਾ ਬਣ ਜਾਣ ਤੋਂ ਬਾਅਦ ਇਦਾਂ ਨਹੀਂ ਹੋ ਸਕਦਾ ਵੀ ਬੰਦਾ ਫੇਰ ਬਾਰ-ਬਾਰ ਪਦਾਰਥਾਂ ਵਾਲੇ ਪਾਸੇ ਨੂੰ ਤੁਰਿਆ ਰਹੇ। ਨਹੀਂ ਭਾਈ, ਉਹਨੂੰ ਦਾਤੇ ਦੀ ਸਮਝ ਆ ਜਾਂਦੀ ਹੈ। ਇਸ ਗੱਲ ਦਾ ਮਨ ਦੇ ਅੰਦਰ ਵਿਸ਼ਵਾਸ ਪੈਦਾ ਹੋ ਜਾਂਦਾ ਹੈ ਵੀ ਜਦੋਂ ਦਾਤਾ ਹਿਰਦੇ ਵਿੱਚ ਹੈ ਤੇ ਦਾਤਾਂ ਦੇ ਮਗਰ ਕੀ ਭੱਜਣਾ। ਸਾਡੀ ਅਧੋਗਤੀ ਇਹ ਹੈ ਵੀ ਅਸੀਂ ਦਾਤਾਂ ਦੇ ਮਗਰ ਭੱਜਦੇ ਹੋਇਆਂ ਨੇ ਅਸੀਂ ਦਾਤੇ ਨੂੰ ਉੱਕਾ ਹੀ ਵਿਸਾਰ ਦਿੱਤਾ। ਅਸਲ ਚਾਹੀਦਾ ਕੀ ਸੀ? ਸਿੱਖ ਦਾ ਨਾਤਾ ਗੁਰੂ ਦਾਤੇ ਦੇ ਨਾਲ ਹੋਣਾ ਚਾਹੀਦਾ ਸੀ। ਤੇ ਜਦੋਂ ਸਿੱਖ ਦਾ ਨਾਤਾ ਗੁਰੂ ਦਾਤੇ ਨਾਲ ਬਣ ਜਾਵੇ, ਸਿੱਖ ਫਿਰ ਦਾਤਾਂ ਵੱਲ ਧਿਆਨ ਨਹੀਂ ਕਰਦਾ, ਸਿੱਖ ਨੂੰ ਦਾਤਾ ਸ੍ਰੇਸ਼ਟ ਦਿਸਦਾ ਹੈ। ਪਤਾ ਹੈ ਵੀ ਦਾਤੇ ਦੇ ਨਾਲ ਜੁੜਿਆ ਸਾਰਾ ਕੁਝ ਜੀਵਨ ਵਿੱਚ ਆਵੇਗਾ, ਪਰ ਭਰੋਸਾ, ਸਿਦਕ ਤੇ ਸ਼ਰਧਾ, ਪਿਆਰ, ਵਿਸ਼ਵਾਸ ਦਾ ਪੱਲਾ ਤੇ ਪਕੜਨਾ ਪਵੇਗਾ ਨਾ। ਸਾਹਿਬ ਕਹਿੰਦੇ ਤੇਰੇ ਮਨ ਦੀ ਪਿਆਸ ਖਤਮ ਹੋ ਜਾਵੇਗੀ, ਉਹ ਪਿਆਸ ਜਿਹੜੀ ਪਦਾਰਥਾਂ ਦੇ ਕੋਲੋਂ ਨਹੀਂ ਬੁਝੀ। ਪਦਾਰਥਾਂ ਦੇ ਨਾਲ ਬੰਦੇ ਦੀ ਕਦੀ ਤ੍ਰਿਪਤੀ ਨਹੀਂ ਹੋਈ। ਪਦਾਰਥਾਂ ਦੀ ਤ੍ਰਿਪਤੀ ਜਿਹੜੀ ਹੈ ਉਹ ਥੋੜ ਚਿਰੀ ਹੈ। ਆਪਾਂ ਕਹਿ ਤੇ ਦਿੰਨੇ ਆ ਨਾ ਵੀ ਬੜਾ ਮਨਪਸੰਦ ਭੋਜਨ ਸੀ, ਮਨ ਭਾਉਂਦਾ ਛਕ ਲਿਆ, ਮਨ ਭਾਉਂਦਾ ਪਾ ਲਿਆ, ਪਰ ਕੀ ਉਹ ਛਕਣ ਤੇ ਪਾਉਣ ਤੋਂ ਬਾਅਦ ਤ੍ਰਿਪਤ ਹੋ ਗਏ ਆ? ਨਹੀਂ, ਅਗਲਾ ਦਿਨ ਚੜਿਆ, ਪਾਉਣ ਨੂੰ ਵੀ ਦੁਬਾਰਾ ਚਾਹੀਦਾ ਤੇ ਖਾਣ ਨੂੰ ਵੀ ਦੁਬਾਰਾ ਚਾਹੀਦਾ। ਪਰ ਸਾਹਿਬ ਕਹਿੰਦੇ ਇੱਕ ਨਾਮ ਰੂਪ ਭੋਜਨ ਹੈ, ਉਹਨੂੰ ਆਤਮਾ ਛਕ ਲਵੇ ਤਾਂ ਇੱਕ ਬਚਨ ਸਾਹਿਬ ਜੀ ਦਾ ਆਪਾਂ ਅਕਸਰ ਪੜ੍ਹਦੇ ਹਾਂ, ਤ੍ਰਿਪਤ ਭਈ ਸੱਚ ਭੋਜਨ ਖਾਇਆ। ਫਿਰ ਅਸਲ ਤ੍ਰਿਪਤੀ ਹੁੰਦੀ ਹੈ, ਕਿਉਂਕਿ ਆਤਮਾ ਨੇ ਅਸਲ ਨਾਮ ਰੂਪੀ ਭੋਜਨ ਨੂੰ ਛਕ ਲਿਆ। ਸਾਹਿਬ ਕਹਿੰਦੇ ਪੂਰਨ ਹੋਵੇ ਸਗਲੀ ਆਸ। ਸਾਰੇ ਅਸੀਂ ਆਸ ਦੇ ਬੱਝੇ ਹੋਏ, ਕਿਤੇ ਨਾ ਕਿਤੇ ਕੋਈ ਨਾ ਕੋਈ ਆਸ ਸਾਡੀ ਹੈ। ਗੁਰੂ ਦੇ ਕੋਲ ਆਉਨੇ ਆ, ਮਨ ਦੀ ਜਿਹੜੀ ਬੇਬਲਤਾ ਹੈ ਉਹ ਹਾਜ਼ਰ ਕਰਦੇ ਆ। ਕੋਈ ਅਰਦਾਸ ਕਰਾਈ ਦੀ ਹੈ, ਆਸ ਰੱਖ ਕੇ ਕਰਾਈ ਦੀ ਹੈ। ਕੋਈ ਸੁੱਖਾਂ ਦੀ ਆਸ ਲੈ ਕੇ ਆਉਂਦਾ, ਕੋਈ ਕਾਰੋਬਾਰ ਦੇ ਵਾਧੇ ਦੀ ਆਸ ਲੈ ਕੇ ਆਉਂਦਾ ਹੈ, ਕੋਈ ਕਿਸੇ ਪ੍ਰਕਾਰ, ਹਰ ਬੰਦਾ ਆਸ ਕਰਕੇ ਆ ਰਿਹਾ। ਪਰ ਸਾਹਿਬ ਕਹਿੰਦੇ ਨੇ ਭਲਿਆ ਤੂੰ ਪ੍ਰੇਮ ਦੇ ਸਹਿਤ ਆ, ਨਿਰਮਲ ਭਾਵਨਾ ਦੇ ਸਹਿਤ ਆ। ਤੈਨੂੰ ਆਪਣੀਆਂ ਆਸਾਂ ਨੂੰ ਛੱਡ, ਜਦੋਂ ਰੱਬ ਜੀ ਦਾ ਪਿਆਰ ਪ੍ਰਾਪਤ ਹੋਇਆ ਨਾ, ਤੇ ਤੇਰੀਆਂ ਸਾਰੀਆਂ ਆਸਾਂ, ਮੁਰਾਦਾਂ, ਤੇਰੀਆਂ ਭਾਵਨਾਵਾਂ, ਸਾਰਾ ਕੁਝ ਆਪੇ ਪੂਰਨ ਹੁੰਦਾ ਤੁਰਿਆ ਜਾਏਗਾ। ਡੋਲੇ ਨਾਹੀ ਤੁਮਰਾ ਚੀਤ, ਅੰਮ੍ਰਿਤ ਨਾਮ ਜਪ ਗੁਰਮੁਖ ਮੀਤ। ਸਾਹਿਬ ਆਖਦੇ ਫਿਰ ਡੋਲਣਾ ਭਾਵ ਜਿਹੜੀ ਇੱਕ ਐਸੀ ਦ੍ਰਿੜਤਾ ਪ੍ਰਾਪਤ ਹੋਵੇਗੀ ਕਿ ਬੰਦਾ ਫਿਰ ਵਿਕਾਰਾਂ ਦੇ ਅੱਗੇ ਹਾਰ ਨਹੀਂ ਮੰਨੇਗਾ। ਉਹਨਾਂ ਚਿਰ ਤੱਕ ਪੈਰ ਡਗ ਮਗਾਉਂਦੇ ਨੇ, ਉਹਨਾਂ ਚਿਰ ਤੱਕ ਸਾਡੀ ਅਵਸਥਾ ਇਕਸਾਰ ਨਹੀਂ ਰਹਿੰਦੀ, ਜਿੰਨਾ ਚਿਰ ਤੱਕ ਅਸੀਂ ਗੁਰੂ ਦੇ ਨਾਮ ਨਾਲ ਨਹੀਂ, ਗੁਰੂ ਸ਼ਬਦ ਨਾਲ ਨਹੀਂ ਜੁੜਦੇ। ਜਦੋਂ ਗੁਰੂ ਸ਼ਬਦ ਦਾ ਆਸਰਾ ਲੈ ਲਿਆ ਨਾ, ਤੇ ਫਿਰ ਸਾਹਿਬ ਜੀ ਦੀ ਬਾਣੀ, ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਜਦੋਂ ਆਸਰਾ ਸ਼ਬਦ ਦਾ, ਜਦੋਂ ਆਸਰਾ ਵਾਹਿਗੁਰੂ ਅਕਾਲ ਪੁਰਖ ਜੀ ਦਾ, ਸਾਹਿਬ ਕਹਿੰਦੇ ਨਾਮ ਨੂੰ ਜਪੀਏ ਇਹ ਗੁਰਮੁਖ ਸੱਜਣ। ਉਹ ਅੰਮ੍ਰਿਤ ਨਾਮ ਜਿਹੜਾ ਜੀਵਨ ਸਵਾਰਨ ਵਾਲਾ ਹੈ, ਜੀਵਨ ਨੂੰ ਅਮਰ ਕਰ ਦੇਣ ਵਾਲਾ ਹੈ, ਉਸ ਨਾਮ ਨਾਲ ਜੁੜ ਜਾਈਏ ਤੇ ਕਦੀ ਵੀ ਢਹਿੰਦੀ ਕਲਾ ਵਾਲੇ ਪਾਸੇ ਨਹੀਂ ਜਾਵਾਂਗੇ। ਦ੍ਰਿੜਤਾ ਆਵੇਗੀ, ਸਥਿਰਤਾ ਆਵੇਗੀ,
ਨਾਮ ਜਪਣ ਵਾਲਿਆਂ ਦਾ ਅੰਦਰ ਵੀ ਟਿਕਿਆ ਹੁੰਦਾ ਹੈ, ਤੇ ਉਹ ਟਿਕੇ ਹੋਏ ਅੰਦਰ ਦੇ ਕਰਕੇ ਹੀ ਜੀਵਨ ਦੇ ਅੰਦਰ ਕੋਈ ਵੀ ਹਾਲਾਤ ਹੋਵਣ ਉਹ ਕਦੀ ਵੀ ਡੋਲਦੇ ਨਹੀਂ, ਉਹ ਕਦੀ ਵੀ ਭਟਕਦੇ ਨਹੀਂ, ਕਿਉਂਕਿ ਉਹਨਾਂ ਦਾ ਆਸਰਾ, ਉਹਨਾਂ ਦੀ ਓਟ ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਹੈ। ਨਾਮ ਔਖਦ ਸੋਈ ਜਨ ਪਾਵੈ, ਕਰ ਕਿਰਪਾ ਜਿਸ ਆਪ ਦਿਵਾਵੈ। ਸਾਹਿਬ ਕਹਿੰਦੇ ਹੁਣ ਇਹ ਨਾਮ ਇੱਕ ਔਸ਼ਧੀ ਹੈ, ਔਖਦ ਭਾਵ ਹੈ ਦਵਾਈ, ਤੇ ਇਹ ਪ੍ਰਾਪਤ ਕਿਹਨਾਂ ਨੂੰ ਹੁੰਦਾ ਹੈ? ਜਿਨ੍ਹਾਂ ਤੇ ਹਰੀ ਅਕਾਲ ਪੁਰਖ ਵਾਹਿਗੁਰੂ ਤਰੁੱਠ ਜਾਵੇ। ਹਰੀ ਤਰੁੱਠੇ ਤੇ ਗੁਰੂ ਦੇ ਕੋਲੋਂ ਇਸ ਨਾਮ ਰੂਪੀ ਦਵਾ ਦਾਤ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਹਿਬ ਦਾ ਬੋਲ ਹੈ, ਸਤਿਗੁਰੂ ਕਹਿੰਦੇ ਨੇ ਜਿਹਨੂੰ ਕਿਤੇੋਂ ਵੀ ਕਿਸੇ ਪਾਸਿਓਂ ਵੀ ਕੋਈ ਹੋਰ ਆਸਰਾ ਨਹੀਂ ਨਾ ਲੱਭ ਰਿਹਾ, ਉਹ ਨਾਮ ਰੂਪੀ ਔਸ਼ਧੀ ਨੂੰ ਪ੍ਰਾਪਤ ਕਰ ਲਵੇ, ਕਿਉਂਕਿ ਸਰਬ ਰੋਗ ਕਾ ਔਖਦ ਨਾਮ, ਸਾਰੇ ਦੁੱਖਾਂ ਦੀ, ਉਹ ਤੁਹਾਡੇ ਤਨ ਦੇ ਦੁੱਖ ਨੇ, ਤੁਹਾਡੇ ਮਨ ਦੇ ਦੁੱਖ ਨੇ, ਵਿਕਾਰ ਨੇ, ਔਗਣ ਨੇ, ਉਹਨਾਂ ਸਭਨਾਂ ਦੀ ਇੱਕੋ ਇੱਕ ਔਸ਼ਧੀ ਹੈ, ਉਹ ਹੈ ਨਾਮ। ਪ੍ਰਾਪਤ ਕਿਵੇਂ ਹੋਵੇਗਾ? ਯਤਨ ਅਸੀਂ ਕਰਨਾ ਹੈ, ਅਰਦਾਸ ਅਸੀਂ ਕਰਨੀ ਹੈ, ਵਾਹਿਗੁਰੂ ਅਕਾਲ ਪੁਰਖ ਤਰੁੱਠਣਗੇ, ਗੁਰੂ ਦੀ ਪ੍ਰਾਪਤੀ ਹੋਵੇਗੀ। ਗੁਰੂ ਦੀ ਪ੍ਰਾਪਤੀ ਵਿੱਚੋਂ ਉਸ ਨਾਮ ਦੀ ਦਾਤ ਸ਼ਬਦ ਦੇ ਰਾਹੀਂ ਸਾਨੂੰ ਪ੍ਰਾਪਤ ਹੋਵੇਗੀ। ਹਰ ਹਰ ਨਾਮ ਜਾ ਕੈ ਹਿਰਦੈ ਵਸੈ, ਦੁਖ ਦਰਦ ਤੇਹ ਨਾਨਕ ਨਸੈ। ਸਾਹਿਬ ਜੀ ਸ਼ਬਦ ਦੀ ਸਮਾਪਤੀ ਪਾਵਨ ਪੰਕਤੀਆਂ ਬਖਸ਼ਿਸ਼ ਕਰ ਰਹੇ ਹਨ ਕਿ ਜਿਨ੍ਹਾਂ ਦੇ ਹਿਰਦੇ ਅੰਦਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਵਸ ਜਾਵੇ, ਉਸ ਨਾਮ ਦੇ ਵਸਣ ਕਰਕੇ ਉਸ ਹਿਰਦੇ ਵਿੱਚੋਂ, ਉਸ ਜੀਵਨ ਦੇ ਵਿੱਚੋਂ ਦੁੱਖ ਦਰਦ ਦਲਿੱਦਰਤਾ ਸਾਰਾ ਕੁਝ ਖਤਮ ਹੋ ਜਾਂਦਾ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਨ, ਗਰੀਬ ਨਿਵਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਇਹ ਵਿਚਾਰ ਸਾਡੇ ਜੀਵਨ ਦਾ ਆਸਰਾ ਬਣ ਜਾਵੇ, ਇਹ ਅਰਦਾਸ ਕਰੀਏ। ਸਤਿਗੁਰੂ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਆਪਣੇ ਦਰ ਦੇ ਉੱਤੋਂ ਨਾਮ ਦੀ ਅਮੋਲਕ ਦਾਤ ਨਾਲ ਨਿਵਾਜਣ, ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਸਕਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰ ਕਰਦਿਆਂ ਹੋਈ